ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਕਾਇਮ ਦਾਇਮ ਸਦਾ ਪਾਤਸ਼ਾਹੀ ਦੇ ਮਾਲਕ ਜੁਗੋ ਜੁਗਾ ਟਲ ਸਤਿਗੁਰੂ ਸੰਸਾਰ ਤੇ ਸਦਾ ਕਾਇਮ ਰਹਿਣ ਵਾਲੀ ਹਸਤੀ ਸਰਬ ਮਾਨਵਤਾ ਦੇ ਸਰਬ ਸਾਂਝੇ ਰਹਿਬਰ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਸੀਂ ਸਾਰੇ ਖੁਸ਼ਕਿਸਮਤ ਹਾਂ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਰਕੇ ਇਹ ਮਹਾਨ ਨਗਰ, ਜਿਸ ਨਗਰ ਨੂੰ ਸ਼੍ਰੀ ਚਮਕੌਰ ਸਾਹਿਬ ਜੀ ਦੇ ਹੀ ਲਾਗੇ ਸਤਿਗੁਰੂ ਨੇ ਰਹਿਮਤ ਕਰਕੇ ਐਸੇ ਗੁਰਸਿੱਖਾਂ ਨੂੰ ਵਸਾਇਆ। ਇਸ ਨਗਰ ਦੀ ਮਹਾਨਤਾ ਵੀਰ ਜੀ ਨੇ ਸਟੇਜ ਤੇ ਦੱਸ ਹੀ ਦਿੱਤੀ ਹੈ ਕਿ ਜਦੋਂ ਤੋਂ ਪੰਥ ਦੀਆਂ ਨੁਮਾਇੰਦਾ ਜਮਾਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਹੈ, ਕੌਮ ਦੇ ਸਿਰਾਗੂ ਆਗੂਆਂ ਦੇ ਵਿੱਚ, ਉਹਨਾਂ ਮਹਾਨ ਆਗੂਆਂ ਦੇ ਵਿੱਚ ਇਸ ਨਗਰ ਦੇ ਵਸਿੰਦੇ ਵੀ ਔਰ ਇਸ ਨਗਰ ਦੇ ਵਿੱਚ ਸਮੇਂ ਸਮੇਂ ਤੇ ਆ ਕੇ ਉਹ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਸੰਗਤਾਂ ਦੇ ਦਰਸ਼ਨ ਕਰਦੀਆਂ ਰਹੀਆਂ ਤੇ ਗੁਰੂ ਪੰਥ ਦੀਆਂ ਰਹਿਮਤਾਂ ਹਾਸਲ ਕਰਦੀਆਂ ਰਹੀਆਂ। ਸੋ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ, ਕਿਉਂਕਿ ਪਹਿਲਾਂ ਤਾਂ 2 ਦਿਨ ਤੋਂ ਸਿਹਤ ਕਾਫੀ ਖਰਾਬ ਹੋ ਗਈ ਸੀ ਤੇ ਮੈਨੂੰ ਜਾਪਦਾ ਸੀ ਸ਼ਾਇਦ ਮੈਨੂੰ ਛੁੱਟੀ ਮੰਗਣੀ ਪਵੇ, ਪਰ ਅੱਜ ਸਤਿਗੁਰੂ ਨੇ ਕਿਰਪਾ ਕੀਤੀ, ਇਸ ਲਈ ਜਿਤਨਾ ਕੁ ਸਮਾਂ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਸਕਿਆ। ਬਾਅਦ 'ਚ ਮੈਂ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ 'ਤੇ ਵੀ 1 ਵਜੇ ਤੱਕ ਪਹੁੰਚਣਾ ਹੈ ਤੇ ਟਾਈਮ ਤਾਂ ਮੇਰਾ 11:30 ਤੋਂ 12:30 ਹੀ ਰੱਖਿਆ ਸੀ। ਮੈਂ ਆਪ ਬੇਨਤੀ ਕੀਤੀ ਸੀ 12:15 ਵਜੇ ਜੇ ਦਾਸ ਨੂੰ ਵਿਹਲਾ ਕਰ ਦਿਓ, ਪਰ ਉਹ ਟਾਈਮ ਐਡਜਸਟ ਕਰਨ ਦੇ ਲਈ ਅਮਰਿੰਦਰ ਸਿੰਘ ਉਹਨਾਂ ਨੂੰ, ਪ੍ਰੋਫੈਸਰ ਸਾਹਿਬ ਨੂੰ ਹੁਕਮ ਹੋਇਆ ਪ੍ਰਬੰਧਕਾਂ ਦਾ, ਤੇ ਉਹਨਾਂ ਨੇ ਉਹ ਟਾਈਮ ਪੂਰਾ ਕੀਤਾ ਹੈ। ਜਿੰਨੀ ਕੁ ਸਤਿਗੁਰੂ ਬਖਸ਼ਿਸ਼ ਕਰ ਸਕਣਗੇ, ਰਹਿਮਤ ਕਰਨਗੇ, ਆਪ ਜੀ ਨਾਲ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦਾਂ ਦੇ ਮਹਾਨ ਲੜੀ ਦੇ ਵਿੱਚੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ, ਜਿਨ੍ਹਾਂ ਦਾ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਨੂੰ ਕਿਸੇ ਨੇ ਪੁੱਛ ਕੀਤੀ ਸੀ, ਭਾਈ ਸਾਹਿਬ ਸਤ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਹੈ? ਗਿਆਨ ਰਤਨਾਵਲੀ ਦੇ ਵਿੱਚ ਭਾਈ ਸਾਹਿਬ ਨੇ ਲਿਖਿਆ, ਧਰਮਸ਼ਾਲ ਸੰਗਤ ਜਬ ਆਵੇ ਦਰਸ਼ਨ ਪਾਰ ਬ੍ਰਹਮ ਕੋ ਪਾਵੇ। ਜਦੋਂ ਸਿੱਖ ਗੁਰਦੁਆਰਾ ਸਾਹਿਬ ਧਰਮਸ਼ਾਲ ਦੇ ਵਿੱਚ ਆਉਂਦਾ ਹੈ, ਉਹਨੂੰ ਕੀ ਪ੍ਰਾਪਤ ਹੁੰਦਾ ਹੈ? ਦਰਸ਼ਨ ਪਾਰ ਬ੍ਰਹਮ ਕੋ ਪਾਵੇ। ਉੱਥੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਦਰਸ਼ਨ ਸਹਿਜੇ ਹੀ ਹੋ ਸਕਦੇ ਨੇ। ਸਾਧ ਸੰਗਤ ਬਿਨ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਰ ਅਰਦਾਸ ਇੱਕ ਬੇਨਤੀ ਹਰਸਿਓ, ਪੈਜ ਰੱਖੋ ਰਾਜਾ ਰਾਮ ਮੋਰੀ। ਧਰਮਸ਼ਾਲ ਸੰਗਤ ਜਬ ਆਵੇ ਦਰਸ਼ਨ ਪਾਰ ਬ੍ਰਹਮ ਕੋ ਪਾਵੇ। ਗੁਰ ਸੰਗਤ ਕਛ ਭੇਦ ਨਾ ਹੋਈ, ਕਿਉਂਕਿ ਗੁਰੂ ਅਤੇ ਸੰਗਤ ਦੇ ਵਿੱਚ ਨਾਨਕ ਸੋਧੇ ਸਿਮਰਿਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਜਦੋਂ ਸੰਗਤ ਵੀ ਸ਼ਬਦ ਦੇ ਨਾਲ ਆਪਣੀ ਆਤਮਾ ਨੂੰ ਓਤ-ਪੋਤ ਕਰ ਲੈਂਦੀ ਹੈ ਨਾ, ਤੇ ਅਸੀਂ ਸੰਬੋਧਨ ਕਰਨ ਵੇਲੇ ਕਹਿੰਦੇ ਹਾਂ ਗੁਰੂ ਰੂਪ ਸਾਧ ਸੰਗਤ ਜੀ, ਜਾਂ ਪਰਮੇਸ਼ਰ ਰੂਪ ਸਾਧ ਸੰਗਤ ਜੀ। ਸੋ ਅਸੀਂ ਖੁਸ਼ਕਿਸਮਤ ਹਾਂ। ਇਹ ਸਾਰਾ ਪ੍ਰਯੋਜਨ, ਸਾਰਾ ਮਕਸਦ ਕੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਉਸ ਪ੍ਰਯੋਜਨ ਨੂੰ, ਜਿਸ ਮਕਸਦ ਦੇ ਲਈ ਜੀਵ ਮਨੁੱਖਾ ਜਨਮ ਲੈ ਕੇ ਸੰਸਾਰ ਦੇ ਵਿੱਚ ਆਇਆ, ਭਾਵੇਂ ਕੋਈ ਵੀ ਹੈ, ਉਹ ਉਹਦੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਸਕੇ। ਉਹ ਜ਼ਿੰਦਗੀ ਦਾ ਮਕਸਦ ਕੀ ਹੈ?
ਗੁਰਮਤਿ ਨਾਲ ਜੁੜੇ ਹੋਏ ਅਸੀਂ ਸਾਰੇ ਜਾਣਦੇ ਹਾਂ। ਬਾਬਾ ਕਬੀਰ ਜੀ ਆਪਣੀ ਪਾਵਨ ਬਾਣੀ 'ਚ ਪ੍ਰਮਾਣ ਕਰਦੇ ਹਨ, ਕਬੀਰ ਸੂਤਾ ਕਿਆ ਕਰੇ, ਬੈਠਾ ਰੋ ਅਰ ਜਾਗ, ਜਾਂਗ ਕੇ ਸੰਗ ਤੇ ਵਿਛੜਾ, ਤਾਂ ਹੀ ਕੇ ਸੰਗ ਲਾਗ। ਮੈਂ ਜਿਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਤੋਂ ਤੂੰ ਵਿਛੜ ਕੇ ਆਇਆ ਹੈ ਨਾ, ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਵਰਗਾ ਸੁਭਾਅ ਬਣਾਉਣਾ ਹੈ ਜਿਉਂਦੇ ਜੀ। ਕਿਉਂਕਿ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਦਾ ਰੂਪ ਨਾ ਰੇਖ ਨਾ ਰੰਗ ਕੀ ਤ੍ਰੈ ਗੁਣ ਤੇ ਪ੍ਰਭਿਨ, ਜਾਂ ਚੱਕਰ ਚੇਨ ਹਰ ਵਰਨ ਜਾਤਰ ਪਾਤ ਨਾ ਹਿੰਜੇ, ਜਾਂ ਮੂਲ ਮੰਤਰ ਦੇ ਵਿੱਚ ਉਹ ਪਰਮਾਤਮਾ ਦੀ ਜਿਹੜੀ ਸ਼ਕਲ ਸੂਰਤ ਦੱਸੀ ਹੈ, ਫਿਰ ਉਹਦੇ ਵਰਗਾ ਪਰਿਪੂਰਨ ਪਰਮਾਤਮਾ ਵਰਗਾ ਹੋਣਾ ਹੈ। ਉਸ ਵਰਗਾ ਹੋਣ ਦੇ ਲਈ, ਕਿਉਂਕਿ ਜੇ ਜੀਵਤ ਜਿਉਂਦੇ ਜੀ ਅਸੀਂ ਉਸ ਪਰਮਾਤਮਾ ਦਾ ਰੂਪ ਬਣ ਜਾਈਏ ਨਾ, ਤੇ ਬਾਬਾ ਰਵਿਦਾਸ ਜੀ ਕਹਿੰਦੇ ਜੀਵਤ ਮੁਕੰਦੇ ਮਰਤ ਮੁਕੰਦੇ, ਤਾਂ ਕਿ ਸੇਵਕ ਸਦਾ ਆਨੰਦੇ। ਇਸ ਲਈ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਵੀ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਤੇ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਜੀ ਅਜੇ ਰੱਬ ਦੀ ਕਿਰਪਾ ਨਹੀਂ ਹੋਈ। ਤੇ ਮੈਂ ਇਹ ਬੇਨਤੀ ਕਰਨੀ ਹੈ ਵੀ ਇਸ ਜ਼ਿੰਦਗੀ ਦੇ ਲਕਸ਼ ਨੂੰ ਪੂਰਾ ਕਰਨ ਲਈ 4 ਕਿਸਮ ਦੀ ਕਿਰਪਾ ਜ਼ਰੂਰੀ ਹੈ। ਪਹਿਲੀ ਹੈ ਪ੍ਰਭੂ ਕਿਰਪਾ, ਦੂਜੀ ਹੈ ਗੁਰੂ ਕਿਰਪਾ, ਔਰ ਤੀਜੀ ਵੇਦ ਕਿਰਪਾ। ਵੇਦ ਦਾ ਮਤਲਬ 4 ਵੇਦ ਨਹੀਂ, ਬਲਕਿ ਵੇਦ ਦਾ ਮਤਲਬ ਗਿਆਨ। ਔਰ ਚੌਥੀ ਕਿਰਪਾ ਜਿਹੜੀ ਹੈ ਨਾ, ਉਹ ਸਵੈ ਕਿਰਪਾ ਹੈ। ਜਦੋਂ ਇਹ 4 ਕਿਸਮ ਦੀ ਕਿਰਪਾ ਤਾਂ ਸਾਡੇ ਤੇ ਹੋ ਜਾਏਗੀ ਨਾ, ਤੇ ਆਪਣੇ ਆਪ ਜ਼ਿੰਦਗੀ ਦਾ ਲਕਸ਼ ਪੂਰਾ ਹੋ ਜਾਏਗਾ। ਪ੍ਰਭੂ ਕਿਰਪਾ ਸਾਡੇ ਤੇ ਹੋਏ ਚੁੱਕੀ ਹੈ, ਕਿਉਂਕਿ ਪਰਮਾਤਮਾ ਵਾਹਿਗੁਰੂ ਜੀ ਨੇ ਸਾਨੂੰ ਮਨੁੱਖਾ ਜਨਮ ਦੇ ਦਿੱਤਾ, ਔਰ ਮਨੁੱਖਾ ਜਨਮ ਵੀ ਸੰਪੂਰਨ ਜਨਮ ਦਿੱਤਾ। ਅੱਖਾਂ, ਕੰਨ, ਨੱਕ, ਹੱਥ, ਪੈਰ, ਆਪਣੇ ਸਰੀਰ ਵੱਲ ਝਾਤੀ ਮਾਰੀਏ, ਫਿਰ ਮਾਤਾ ਪਿਤਾ ਭੈਣ ਭਾਈ ਸਾਕ ਸੰਬੰਧੀ, ਇਸ ਤੋਂ ਇਲਾਵਾ ਪੌਣ ਪਾਣੀ ਅੱਗ ਹਵਾ, ਇਹ ਸਾਰੀਆਂ ਚੀਜ਼ਾਂ ਜੇ ਕਿਤੇ ਅਸੀਂ ਰਾਸ਼ਨ ਕਾਰਡਾਂ ਤੇ ਲੈਣੀਆਂ ਹੁੰਦੀਆਂ, ਸਰਕਾਰਾਂ ਤੇ ਡਿਪੈਂਡ ਹੁੰਦੇ, ਤੇ ਕਦੇ ਵੀ ਅਸੀਂ ਬਚ ਹੀ ਨਹੀਂ ਸਕਦੇ ਸੀ। ਪਰ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੇ ਸਾਡੇ ਤੇ ਰਹਿਮਤ ਕੀਤੀ ਕਿ ਸਾਨੂੰ ਸਭ ਕੁਝ ਬਖਸ਼ਿਸ਼ ਕਰ ਦਿੱਤਾ। ਪ੍ਰਭੂ ਕਿਰਪਾ ਜਿਹੜੀ ਹੈ ਉਹ ਸਾਡੇ ਤੇ ਪਹਿਲੇ ਨੰਬਰ ਤੇ ਹੋ ਚੁੱਕੀ ਵੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ। ਜਨਮਾਂ ਜਨਮੰਤਰਾਂ ਤੋਂ ਬਾਅਦ ਹੁਣ ਅਹਿਸਾਸ ਹੋਵੇ ਕਿ ਅਸੀਂ ਵਿਛੜੇ ਹੋਏ ਹਾਂ। ਵਿਛੜੇ ਕੀ ਤੋਂ ਆ? ਕਿਸੇ ਸਾਕ ਸੰਬੰਧੀ ਤੋਂ ਨਹੀਂ, ਇਹ ਤਾਂ ਪੂਰਵ ਜਨਮ ਕੇ ਮਿਲੇ ਸੰਜੋਗੀ। ਵਿਛੜੇ ਹੋਏ ਆ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਤੋਂ। ਤੇ ਕਦੋਂ ਕਦੇ ਵਿਛੜੇ ਹੋਏ ਆ? ਜਦੋਂ ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛੀਏ, ਸੱਚੇ ਪਾਤਸ਼ਾਹ ਕਿਰਪਾ ਕਰਕੇ ਤੁਸੀਂ ਸਾਡੀ ਅਗਵਾਈ ਕਰੋ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਅਰਬਦ ਨਰਬਦ ਧੁੰਦੂਕਾਰਾ, ਧਰ ਨਾ ਗਗਨਾ ਹੁਕਮਾ ਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਗਾ। ਵੀ ਅਰਬ ਦੇ 10 ਅਰਬ ਸਾਲ ਪਹਿਲਾਂ, ਉਹੀ ਗੱਲ ਜੋ ਸਾਇੰਸਦਾਨਾਂ ਨੇ ਕਹੀ ਨਾ, ਅਰਬਦ ਇਹ ਤੋਂ ਵੀ ਪਹਿਲਾਂ ਜਦੋਂ ਇੱਥੇ ਘੁੱਪ ਹਨੇਰਾ ਛਾਇਆ ਹੋਇਆ ਸੀ, ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੇ ਆਪਣੀ ਮੌਜ ਦੇ ਵਿੱਚ ਆ ਕੇ ਨਾ ਸ੍ਰਿਸ਼ਟੀ ਦੀ ਰਚਨਾ ਕੀਤੀ। ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ? ਸਤਿਗੁਰੂ ਨੇ ਪਾਵਨ ਬਾਣੀ ਸਭ ਕੁਛ ਦੱਸਿਆ ਹੋਇਆ, ਜੋ ਅੱਜ ਸਾਇੰਸਦਾਨ ਕਰੋੜਾਂ ਅਰਬਾਂ ਖਰਬਾਂ ਰੁਪਏ ਖਰਚਣ ਤੋਂ ਬਾਅਦ, ਤਜਰਬੇ ਕਰਨ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਜਿਸ ਸਿੱਟੇ ਤੇ ਪਹੁੰਚੇ ਨੇ, ਗੁਰੂ ਨਾਨਕ ਪਾਤਸ਼ਾਹ ਨੇ ਐਸੀ ਵਿਚਾਰਧਾਰਾ 500 ਸਾਲ ਪਹਿਲਾਂ ਹੀ ਸਾਨੂੰ ਦੇ ਦਿੱਤੀ ਸੀ। ਕਿਉਂਕਿ ਸਾਇੰਸਦਾਨ ਵੀ ਕਹਿੰਦੇ ਇੱਥੇ ਕੁਛ ਨਹੀਂ ਸੀ, ਧੁੰਦ ਛਾਈ ਹੋਈ ਸੀ। ਉਸ ਵੇਲੇ ਕੁਦਰਤੀ ਗੈਸਾਂ ਪੈਦਾ ਹੋਈਆਂ। ਇੱਕ ਉਹ ਥਿਊਰੀ ਵਾਲੇ ਨੇ ਜਿਹੜੇ ਕਹਿੰਦੇ ਕੁਦਰਤੀ ਧਮਾਕਾ ਹੋਇਆ, ਤੇ ਧਮਾਕੇ ਤੋਂ ਗੈਸਾਂ ਪੈਦਾ ਹੋਈਆਂ, ਗੈਸਾਂ ਤੋਂ ਫਿਰ ਪਾਣੀ ਪੈਦਾ ਹੋਇਆ, ਪਾਣੀ ਤੋਂ ਇੱਕ ਸੈਲਾ ਜੀਵ, ਚਲਦੇ ਚਲਦੇ ਅੰਤ ਸ੍ਰਿਸ਼ਟੀ ਦੀ ਇਹ ਰਚਨਾ ਬਣ ਗਈ। ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਬਾਣੀ ਜਪਜੀ ਸਾਹਿਬ ਜਦੋਂ ਅਸੀਂ ਪੜ੍ਹਦੇ ਹਾਂ ਨਾ, ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਕੀਤਾ ਪਸਾਓ ਏਕੋ ਕਵਾਓ। ਮਸਕੀਨ ਸਾਹਿਬ ਕਹਿੰਦੇ ਨੇ ਕਵਾਓ ਦਾ ਮਤਲਬ ਧਮਾਕਾ।
ਵੀ ਕੁਦਰਤੀ ਧਮਾਕਾ ਜਿਸ ਤੇ ਹੋਏ ਲੱਖ ਦਰਿਆਓ, ਆ ਜ਼ਿੰਦਗੀ ਰੂਪੀ ਲੱਖਾਂ ਹੀ ਦਰਿਆ ਜਿਹੜੇ ਹੈ ਉਹ ਚਾਲੂ ਹੋ ਗਏ। ਫਿਰ ਸਾਚੇ ਤੇ ਪਵਣਾ ਪਿਆ, ਕੁਦਰਤ ਨੇ ਗੈਸਾਂ ਪੈਦਾ ਕੀਤੀਆਂ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਪਾਣੀ, ਪਾਣੀ ਤੋਂ ਬਾਅਦ ਇੱਕ ਸੈਲਾ ਜੀਵ, ਇੱਕ ਸੈਲੇ ਜੀਵ ਤੋਂ ਚੱਲਦੇ ਚੱਲਦੇ ਪਾਣੀ ਦੇ ਵਿੱਚ ਹੀ 42 ਲੱਖ ਜੀ ਜਲ ਮੈਂ ਹੋਤੇ, ਬੀਠਲ ਪਹਿਲਾ ਕਾਇ ਕਰੂੰ। ਉਹਨਾਂ ਵਿੱਚੋਂ ਹੀ ਅੰਤ ਧਰਤੀ ਤੇ ਚੱਲਣ ਵਾਲੇ ਜੀਵ ਡਾਇਨਾਸੌਰ ਵਰਗੇ 300 ਫੁੱਟ ਲੰਬੇ 240 ਫੁੱਟ ਉੱਚੇ ਕਿਰਲੇ ਹੀ ਪੈਦਾ ਕੀਤੇ ਕਿਸੇ ਵੇਲੇ ਪਰਮਾਤਮਾ ਨੇ। ਮਾਸ ਦਾ ਪਹਾੜ ਹੀ ਤੁਰਿਆ ਜਾਂਦਾ ਹੋਣਾ ਜਿੱਧਰ ਨੂੰ ਜਾਂਦੇ ਹੋਣੇ। ਤੇ ਅੰਤ ਡਾਰਵਿਨ ਨੇ ਕਹਿਤਾ ਬਾਂਦਰ ਤੋਂ ਤਰੱਕੀ ਕਰਕੇ ਮਨੁੱਖ ਹੋਣ ਦੇ ਵਿੱਚ ਆਇਆ। ਇਹ ਜ਼ਰੂਰੀ ਨਹੀਂ ਕਿ ਉਹਨਾਂ ਦੀ 100% ਗੱਲ ਸੱਚ ਹੋਵੇ। ਪਿੱਛੇ ਜੇ ਮੈਂ ਅਖਬਾਰ ਪੜ੍ਹਦਾ ਸੀ, ਉਹ 'ਚ ਲਿਖਿਆ ਸੀ ਇਸ ਸਿਧਾਂਤ ਤੇ ਆ ਕੇ ਡਾਰਵਿਨ ਗਲਤ ਸਾਬਤ ਹੋ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਅਸੀਂ ਪੁੱਛਦੇ ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਸ੍ਰਿਸ਼ਟੀ ਦੀ ਰਚਨਾ ਬਾਰੇ, ਤਾਂ ਗੁਰੂ ਪਾਤਸ਼ਾਹ ਕਹਿੰਦੇ ਥਿਤ ਵਾਰ ਨਾ ਜੋਗੀ ਜਾਣੇ। ਇਹ ਤਾਂ ਉਹ ਪਰਿਪੂਰਨ ਪਰਮਾਤਮਾ ਜਾਣਦਾ, ਕਿਹੜੀ ਤਰੀਕ, ਕਿਹੜਾ ਵਾਰ, ਕਿਹੜਾ ਦਿਨ ਸੀ। ਰੁੱਤ ਮਾਂ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਏ। ਪਰ ਜੈਸੋ ਗੁਰੂ ਉਪਦੇਸ਼ਿਆ ਮੈਂ ਤੈਸੋ ਕਿਆ ਪੁਕਾਰ। ਸੱਚੇ ਪਾਤਸ਼ਾਹ ਕਹਿੰਦੇ ਜਿੱਦਾਂ ਦੇ ਮੇਰੇ ਗੁਰੂ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸ ਟੜ ਕਰੀ ਗਿਆਨ ਵੇ ਲਾ ਲਓ। ਜਿੱਦਾਂ ਦੇ ਮੇਰੇ ਗੁਰੂ ਨੇ ਮੈਨੂੰ ਗਿਆਨ ਕਰਾਇਆ, ਮੈਂ ਤੁਹਾਨੂੰ ਦੱਸਦਾ ਹਾਂ ਕਿ ਸਾਚੇ ਤੇ ਪਵਨਾ ਭਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਸ ਤੋਂ ਬਾਅਦ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲ ਇਹਦੇ ਸਜਰੀਆ। ਇਸ ਲਈ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੇ ਆਪ ਰਹਿਮਤ ਕਰਕੇ ਮਨੁੱਖਤਾ ਪੈਦਾ ਕੀਤੀ। ਤੇ ਉਹ ਮਨੁੱਖ ਪਰਮਾਤਮਾ ਵਾਹਿਗੁਰੂ ਜਾਣੇ ਕਦੋਂ ਪੈਦਾ ਹੋਇਆ। ਪਰ ਬੜੀ ਸਵਾਦਲੀ ਜਿਹੀ ਕਹਾਣੀ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖੀ। ਕਹਿੰਦੇ ਨੇ ਪਰਿਪੂਰਨ ਪਰਮਾਤਮਾ ਜੀ ਇਕੱਲੇ ਬੈਠੇ ਹੋਏ ਸਨ। ਇੱਕ ਦਿਨ ਮਹਿਸੂਸ ਕੀਤਾ ਮੈਂ ਇਕੱਲਾ ਹਾਂ, ਆਪਣੇ ਖੇਡਣ ਦੇ ਲਈ ਕੋਈ ਬੰਦਾ ਪੈਦਾ ਕਰ ਲਵਾਂ। ਪਰਮਾਤਮਾ ਨੇ ਬੰਦਾ ਪੈਦਾ ਕਰ ਲਿਆ। ਤੇ ਬੰਦੇ ਨੇ ਔਰ ਪਰਮਾਤਮਾ ਦੀ ਪਹਿਲੀ ਖੇਡ ਜਿਹੜੀ ਸੀ ਨਾ ਖੇਡਣ ਲਈ, ਉਹ ਲੁਕਣ ਮਿਟੀ ਨੀਅਤ ਹੋਈ। ਪਰਮਾਤਮਾ ਵਾਹਿਗੁਰੂ ਕਹਿਣ ਲੱਗੇ ਬੰਦਿਆ ਦੱਸ, ਤੈਂ ਪਹਿਲਾਂ ਲੁਕਣਾ ਕਿ ਮੈਂ ਲੁਕ ਜਾਵਾਂ। ਪਰ ਬੰਦਾ ਹੰਕਾਰ ਦੇ ਵਿੱਚ ਆ ਗਿਆ। ਹੋਂ ਭੀਤ ਭਏ ਹੋਏ ਵਿੱਚੋਂ ਸੁਣਤ ਦੇਸ਼ ਨਿਕਟਾਇਓ। ਕਹਿਣ ਲੱਗਾ ਪਰਮਾਤਮਾ ਜੀ ਤੁਸੀਂ ਲੁਕ ਜਾਓ, ਮੈਂ ਲੱਭਾਂਗਾ। ਤੇ ਪਰਮਾਤਮਾ ਕਹਿਣ ਲੱਗੇ ਨਹੀਂ ਤੈਨੂੰ ਨਹੀਂ ਲੱਭ ਸਕਣਾ ਮੈਂ। ਕਹਿਣ ਲੱਗਾ ਤੂੰ ਮੈਨੂੰ ਅੱਖਾਂ ਦਿੱਤੀਆਂ। ਤੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ ਪਰਮਾਤਮਾ ਨੇ ਕਿਹਾ ਨਾਨਕ ਸੇ ਅੱਖੜੀਆਂ ਵਿਅਨ ਜਿਹਨੇ ਦਸੰਦੋ ਮਾਪਰੀ, ਵੀ ਉਹ ਅੱਖਾਂ ਇਹਨਾਂ ਨਾਲ ਨਹੀਂ ਦੇਖ ਸਕਣਾ। ਪਰਮਾਤਮਾ ਤੂੰ ਮੈਨੂੰ ਦਿਮਾਗ ਦਿੱਤਾ, ਮੈਂ ਇੱਦਾਂ ਦੀਆਂ ਕਾਢਾਂ ਕੱਢਾਂਗਾ, ਦੂਰਬੀਨ ਖੁਰਦਬੀਨ ਵੱਡੇ ਤੋਂ ਵੱਡੇ ਜੰਤਰ ਕੱਢ ਕੇ ਦੱਸ ਦਾਂਗਾ ਮੰਗਲ ਗ੍ਰਹਿ ਦੇ ਉੱਤੇ ਕੀ ਹੈ, ਕਿਸ਼ਤੀ ਕਿੱਥੇ ਕੁ ਪਈ ਹੈ ਤੇ ਉੱਥੇ ਕੀ ਹੋ ਰਿਹਾ ਹੈ। ਮੈਂ ਇੰਨੀ ਕੋਸ਼ਿਸ਼ ਕਰਾਂਗਾ। ਪਰਮਾਤਮਾ ਕਹਿਣ ਲੱਗੇ ਨਹੀਂ ਭਾਈ ਨਹੀਂ। ਕਹਿਣ ਲੱਗਾ ਮੈਂ ਹੱਥਾਂ ਪੈਰਾਂ ਨਾਲ ਨੱਠਾਂਗਾ, ਭੱਜਾਂਗਾ ਆਲੇ ਦੁਆਲੇ, ਤੈਨੂੰ ਲੱਭ ਲਵਾਂ। ਅੰਤ ਬੰਦਾ ਮੰਨਿਆ ਨਹੀਂ। ਪਰਮਾਤਮਾ ਨੂੰ ਕਹਿ ਦਿੱਤਾ ਉਹਨੇ ਤੂੰ ਲੁਕ ਜਾ। ਤੇ ਪਰਮਾਤਮਾ ਬੰਦੇ ਦੇ ਅੰਦਰ ਬਹਿ ਗਿਆ ਵੜ ਕੇ। ਅੱਜ ਬੰਦਾ ਜਿਹੜਾ ਹੈ ਨਾ ਉਹ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗੁਫਾਵਾਂ, ਦਰਿਆਵਾਂ ਦੇ ਕੰਢਿਆਂ ਤੇ ਜਾ ਕੇ ਭਟਕ ਰਿਹਾ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਜੋ ਢੰਗ ਤਰੀਕੇ ਤੈਂ ਪੜ੍ਹਾਏ ਨਾ ਉਹ ਨਹੀਂ ਸਫਲ ਹੋ ਸਕਣੇ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਇੰਗਮ ਸਾਧੇ, ਪੰਜ ਜਨਾਂ ਸੋ ਸੰਗ ਨਾ ਛੁਟਕਿਓ। ਅਦਿਕ ਅਹੰ ਬੁੱਧ ਬਾਂਧੇ, ਪਿਆਰੇ ਇਨ ਵਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਤੇ ਅਸੀਂ ਤੁਸੀਂ ਸਾਰੇ ਪਰਮਾਤਮਾ ਵਾਹਿਗੁਰੂ ਜੀ ਨੇ ਰਹਿਮਤ ਕਰਕੇ ਇਹ ਸ਼ਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਜੇ ਰੱਬ ਨਹੀਂ ਨਾ ਦਿਖਦਾ ਆਪਣੇ ਸਰੀਰ ਵਾਲੇ ਕਿਤੇ ਦੇਖਣ ਲੱਗ ਪਈਏ। ਭਾਈ ਗੁਰਦਾਸ ਜੀ ਕਹਿੰਦੇ ਪ੍ਰਿਥਮੇ ਸਾਸਨਾ ਮਾਸਾਨਾ ਤੁਮ ਕੀ ਖਬਰ ਨਾ ਪਾਈ, ਰਗਤ ਬਿੰਦ ਕੀ ਦੇਹ ਰਾਜ ਪੰਜ ਤਤ ਕੀ ਜੜਤ ਜੜਾਈ। ਤਾਂ ਹੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆਪਣੇ ਆਪ ਤੇ ਸਵਾਲ ਕਰਿਆ ਕਰੋ, ਉਹ ਸਵਾਲ ਦਾ ਉੱਤਰ ਵੀ ਲੱਭੋ। ਫਿਰ ਅੱਗੇ ਇੱਦਾਂ ਦੇ 1875 ਸਵਾਲ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਅੰਕਿਤ ਕੀਤੇ ਹਨ, ਤਾਂ ਕਿ ਅਸੀਂ ਆਪਣੇ ਮੂਲ ਨੂੰ ਪਛਾਣ ਸਕੀਏ। ਗੁਰੂ ਅਰਜਨ ਪਾਤਸ਼ਾਹ ਦਾ ਹੀ ਸਵਾਲ ਸੁਣ ਰਹੇ, ਤੂੰ ਕੌਣ, ਕਹਾਂ ਤੇ ਆਇਓ, ਸੋਚ ਜਰਾ ਤੂੰ ਹੈ ਕੌਣ ਹੈ, ਤੂੰ ਆਇਆ ਕਿੱਥੋਂ ਹੈ। ਏਤੀ ਨਾ ਜਾਣੋ ਕੇਤੀ ਕੁ ਮੁੱਦਤ, ਚੱਲ ਤੇ ਖਬਰ ਨਾ ਪਾਇਓ। ਇਹ ਕੋਈ ਪਤਾ ਨਹੀਂ ਤੈਨੂੰ ਕਿਤਨਾ ਕੁ ਸਮਾਂ ਮਿਲਿਆ ਹੈ, ਤੇ ਫਿਰ ਤੂੰ ਸੋਚ ਤੂੰ ਹੈ ਕੌਣ ਹੈ। ਜਦੋਂ ਅਸੀਂ ਸਰੀਰਕ ਪੱਧਰ ਤੇ ਸੋਚਦੇ ਹਾਂ ਨਾ, ਤੇ ਅਸੀਂ ਕਿਸੇ ਨੂੰ ਕਹਿੰਦੇ ਹੋ ਹਿੰਦੂ ਹੈ, ਸਿੱਖ ਹੈ, ਈਸਾਈ ਹੈ, ਮੁਸਲਮਾਨ ਹੈ, ਉਹ ਗਰੀਬ ਹੈ, ਅਮੀਰ ਹੈ, ਸ਼ੂਦ ਹੈ, ਵੈਸ਼ ਹੈ, ਜੋ ਵੀ ਅਸੀਂ ਵੰਡੀਆਂ ਜਾਤਾਂ ਪਾਈਆਂ, ਉਸ ਰੂਪ ਦੇ ਵਿੱਚ ਦੇਖਦੇ ਹਾਂ। ਪਰ ਜੇ ਸੱਚੇ ਪਾਤਸ਼ਾਹ ਨੂੰ ਕਹੀਏ, ਸੱਚੇ ਪਾਤਸ਼ਾਹ ਤੁਸੀਂ ਉਹ ਸਮਝਾ ਦਿਓ, ਤਾਂ ਇਹ ਸਵਾਲ ਗੁਰੂ ਅਰਜਨ ਪਾਤਸ਼ਾਹ ਦਾ ਵੀ ਹੋਇਆ ਰਾਗ ਬਾਉੰਡ ਦੇ ਵਿੱਚ। ਪ੍ਰਾਤਮਾ ਪਾਰ ਬ੍ਰਹਮ ਕਾ ਰੂਪ, ਅਚਰਜ ਕਥਾ ਮਹਾਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਸੱਚੇ ਪਾਤਸ਼ਾਹ ਨੇ ਇਹਦਾ ਜਵਾਬ ਦਿੱਤਾ। ਬਾਬਾ ਕਬੀਰ ਜੀ ਤੇ ਵੀ, ਦਸਮ ਪਾਤਸ਼ਾਹ ਤੇ ਵੀ ਇਹ ਸਵਾਲ ਹੋਇਆ ਵੀ ਸੱਚੇ ਪਾਤਸ਼ਾਹ ਕੌਣ ਨੇ, ਕਿੱਥੋਂ ਆਏ ਨੇ। ਵੱਖ-ਵੱਖ ਬੋਲੀਆਂ, ਵੱਖ-ਵੱਖ ਨਸਲਾਂ, ਵੱਖ-ਵੱਖ ਰੰਗ ਰੂਪ, ਤੇ ਸੱਚੇ ਪਾਤਸ਼ਾਹ ਨੇ ਜੋ ਜਵਾਬ ਦਿੱਤਾ ਵੀ ਨਾ ਇਹ ਮਾਨਸ ਨਾ ਇਹ ਦਿਓ। ਬਾਬਾ ਕਬੀਰ ਜੀ ਦਾ ਸ਼ਬਦ ਹੈ ਗੌਣ ਰਾਗ ਦੇ ਵਿੱਚ, ਵੀ ਇਹਨੂੰ ਨਾ ਮਨੁੱਖ ਕਿਹਾ ਜਾ ਸਕਦਾ, ਨਾ ਇਹ ਮਾਨਸ ਨਾ ਇਹ ਜੀਓ, ਨਾ ਇਹ ਮਾਨਸ ਨਾ ਇਹ ਦਿਓ, ਨਾ ਇਹ ਜਤੀ ਕਹਾਵੇ ਸਿਓ, ਨਾ ਇਹ ਜੋਗੀ ਨਾ ਬਧੂਤਾ, ਨਾ ਇਸ ਮਾਏ ਨਾ ਕਾਹੂ ਪੂਤਾ। ਫਿਰ ਆ ਮੰਦਰ ਮੈਂ ਕੌਣ ਵਸਾਈ, ਆਹ ਜਿਹੜਾ ਚਮਰ ਪੋਸ਼ ਕਾ ਮੰਦਰ ਤੇਰਾ ਹੱਡ ਚਮ ਬਣਿਆ ਹੋਇਆ ਸਰੀਰ ਹੈ, ਇਹ 'ਚ ਕੌਣ ਵਸਦਾ। ਜਿਹੜਾ ਤੁਹਾਡੇ ਸਾਹਮਣੇ ਬੈਠਾ ਹੋਇਆ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਇਹ ਸਾਰਿਆਂ ਵਿੱਚ ਹੀ ਆ ਮੰਦਰ ਮੈਂ ਕੌਣ ਵਸਾਈ, ਤਾਂ ਕੰਤ ਨਾ ਕੋ ਪਾਈ, ਨਾ ਇਹ ਗ੍ਰਹਿ ਨਾ ਉਦਾਸੀ, ਨਾ ਇਹ ਰਾਜ ਨਾ ਭੀਖ ਮਗਾਸੀ, ਨਾ ਇਸ ਪਿੰਡ ਨਾ ਰਖਤੂ ਰਾਤੀ, ਨਾ ਇਹ ਬ੍ਰਹਮਣ ਨਾ ਇਹ ਖਾਤੀ। ਮਾਫ ਕਰਨਾ, ਅਰਥ ਸੌਖੇ ਵੀ ਹੈਗੇ, ਥੋੜਾ ਮੇਰਾ ਟਾਈਮ ਵੀ ਜਿਹੜਾ ਗੱਲ ਮੈਂ ਲੰਬੀ ਸ਼ੁਰੂ ਕਰ ਬੈਠਾ, ਤੇ ਉਸ ਪਾਸੇ ਵੀ ਮੈਂ ਜਿਹੜਾ ਟਾਈਮ ਦਾ ਧਿਆਨ ਰੱਖਦੇ ਅਰਥਾਂ ਤੋਂ ਸੰਕੋਚ ਕਰਦਾ। ਨਾ ਇਹ ਬ੍ਰਹਮਣ ਨਾ ਇਹ ਖਾਤੀ, ਨਾ ਇਹ ਤਪਾ ਕਹਾਵੇ ਸ਼ੇਖ, ਨਾ ਇਹ ਜੀਵੇ ਨਾ ਮਰਤਾ ਦੇ, ਇਸ ਮਰਤੇ ਕੋ ਜੋ ਕੋ ਰੋਵੇ, ਜੋ ਰੋਵੇ ਸੋਈ ਪਤ ਹੋਵੇ, ਗੁਰ ਪ੍ਰਸਾਦ ਮੈਂ ਡਗਰੋ ਪਾਇਆ। ਬਾਬਾ ਕਬੀਰ ਜੀ ਕਹਿੰਦੇ ਦੁਨੀਆ ਦੇ ਲੋਗੋ ਮੈਂ ਰਸਤਾ ਲੱਭ ਲਿਆ, ਡਗਰੋ ਕਹਿੰਦੇ ਰਸਤੇ ਨੂੰ, ਜੀਵਨ ਮਰਨ ਦੋ ਮਿਟਵਾਇਆ, ਕਹੋ ਕਬੀਰ ਇਹ ਰਾਮ ਕੀ ਅੰਸ਼। ਵੀ ਇਹ ਪਰਮਾਤਮਾ ਦੀ ਅੰਸ਼ ਹੈ, ਜਿਹੜੀ ਆ ਨੱਚਦੀ ਟੱਪਦੀ ਬੋਲਦੀ ਖੇਲਦੀ ਲੜਦੀ ਝਗੜਦੀ ਸਭ ਕੁਛ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੇ ਨਾ ਮੰਸ਼। ਜੇ ਕਿਤੇ ਇਹ ਸਿੱਖਿਆ ਦੁਨੀਆ ਦੇ ਹਿਰਦੇ 'ਚ ਪ੍ਰਵੇਸ਼ ਕਰ ਜਾਂਦੀ ਨਾ, ਅੱਜ ਯੂਕਰੇਨ ਤੇ ਰਸ਼ੀਆ ਇਹ ਲੜਾਈ ਦੇ ਵਿੱਚ ਉਹ ਪਾਪ ਨਾ ਹੁੰਦਾ ਵੀ 2-2 3-3 ਸਾਲ ਦੇ ਬੱਚੇ ਫੱਟੜ ਹੋਏ ਲੋਹ ਲੁਹਾਨ ਕੋਲ ਬੈਠੇ ਨੇ, ਮਾਪਿਆਂ ਦੀਆਂ ਲਾਸ਼ਾਂ ਜਿਹੜੀਆਂ ਨਾ ਉਹ ਕੋਲ ਪਈਆਂ ਕੁਰਲਾ ਰਹੇ ਨੇ। ਅੱਜ ਆ ਕਿਸਾਨੀ ਮੋਰਚੇ ਦੇ ਵਿੱਚ 750 ਜਾਨਾਂ ਨਾ ਜਾਂਦੀਆਂ, ਜੇ ਸਾਡੇ ਦੇਸ਼ ਦੇ ਤਾਜਦਾਰਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਕਿ ਸਭ ਪ੍ਰਮਾਤਮਾ ਦੀ ਅੰਸ਼ ਹੈ। ਜਿਸ ਰਾਮ ਦੀ 33 ਕਰੋੜ ਦੇਵੀ ਦੇਵਤਿਆਂ ਵਾਲੇ ਮੰਦਿਰ ਬਣਾ ਕੇ ਅਸੀਂ ਪੂਜਾ ਕਰ ਰਹੇ ਹਾਂ, ਦਰਅਸਲ ਅਸਲੀ ਮੰਦਿਰ ਤਾਂ ਇਹ ਹੈ ਜਿਹਨੂੰ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਸੀ ਹਰ ਮੰਦਿਰ ਇਹ ਸਰੀਰ ਹੈ, ਜਿੱਥੋਂ ਹਰ ਜਾਤਾ। ਦਰਅਸਲ ਉਹ ਅਧਿਆਤਮਿਕ ਵਿਚਾਰਧਾਰਾ ਨਾਲ ਇਨਸਾਨ ਜੁੜਨ ਵਾਸਤੇ ਹੀ ਤਿਆਰ ਨਹੀਂ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਗੱਲ ਭਲੀ ਭਾਂਤ ਸਮਝਾ ਦਿੱਤੀ ਹੈ, ਭਾਈ ਇੱਥੇ ਨਾ ਕੋ ਵੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਪਛਾਣੋ ਆਪਣੇ ਆਪ ਨੂੰ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਦਰਅਸਲ ਇਹ ਗੁਰਮਤਿ ਸਮਾਗਮਾਂ ਦਾ ਵੀ ਲੜੀ ਜਿਹੜੀ 37ਵਾਂ ਸਮਾਗਮ ਅੱਜ ਹੋ ਰਿਹਾ ਹੈ, ਜਿੱਥੇ ਪੰਥ ਦੀਆਂ ਮਹਾਨ ਵਿਦਵਾਨ ਸ਼ਖਸੀਅਤਾਂ ਦੇ ਵਿੱਚ ਮੈਨੂੰ ਵੀ ਦਾਸ ਨੂੰ ਵੀ ਵੀਰ ਸ਼ਮਿੰਦਰ ਸਿੰਘ ਜੀ ਹੋਣੀ, ਨੌਜਵਾਨ ਸਭਾ, ਗੁਰਦੁਆਰਾ ਸਿੰਘ ਸਭਾ ਅਤੇ ਸੰਗਤਾਂ ਨੇ ਮਹਿਸੂਸ ਕੀਤਾ ਕਿ ਤੁਹਾਡੇ ਚਰਨ ਪਰਸ ਸਕਾਂ। ਸੋ ਗੁਰੂ ਪਾਤਸ਼ਾਹ ਦਾ ਇਹ ਪਹਿਲਾ ਸਵਾਲ ਸੀ, ਤੂੰ ਕੌਣ ਹੈ। ਦੂਜਾ ਆਇਆ ਕਿੱਥੋਂ ਹੈ। ਆਏ ਅਸੀਂ ਪਹਿਲਾਂ ਮੈਂ ਦੱਸ ਦਿੱਤਾ ਵੀ ਪ੍ਰਮਾਤਮਾ ਨੇ ਆਪਣੇ ਆਪ ਤੋਂ ਇਹ ਆਤਮਾਵਾਂ ਪੈਦਾ ਕੀਤੀਆਂ, ਫਿਰ ਜੁੜ ਜੁੜ ਵਿਛੜੇ, ਵਿਛੜੇ ਜੁੜੇ, ਜਿਵ ਜਿਵ ਮੂਏ, ਮੂਏ ਜੀਵੇ, केत्या के बाप केत्या के बेटे केते गुर चेले हुए, ये पूर्व जन्म के मिले संजोगी, अंते को ना सहाई दे मुताबिक पूर्वले जन्मां दे। ते आया कित्थों है। मां की रक्त पिता बिंद धारा, पिता बिंद धारा सूरत मूरत कर पारा। माता दे उदर दे विच छोटा जिहा मास दा गोला जिहा बनिया जीओ पाए, आत्मा पहला भेजी, पिंड जिन साजिया, दूजे नंबर ते पिंडा बनना शुरू होया।
ਤੇ 10 ਮਹੀਨਿਆਂ ਦੇ ਵਿੱਚ ਹੀ ਇਸ ਸਰੀਰ ਦੇ ਵਿੱਚ ਸਾਰਾ ਕੁਝ ਬਣਾ ਕੇ ਪ੍ਰਮਾਤਮਾ ਨੇ ਪੁੱਤਰੀ ਤੇਰੀ ਵਿਦ ਕਰ ਥਾਟੀ ਵੀ ਬੜੇ ਢੰਗ ਦੇ ਨਾਲ ਤਿਆਰ ਕਰਕੇ ਮੇਰੀ ਹੁਣ ਕਿਡਨੀ ਇਹ ਹੋ ਚੁੱਕੀ ਸੀ ਤੇ ਇੱਕ ਇੱਕ ਕਿਡਨੀ ਦੀ ਕੀਮਤ ਮੈਂ ਐਸੇ ਬੰਦੇ ਮਿਲੇ ਜਿਨ੍ਹਾਂ ਨੇ ਕਿਹਾ ਜੀ 50 ਲੱਖ ਰੁਪਇਆ ਦੇ ਦਾਂਗਾ, ਮੈਨੂੰ ਵੀ ਕਿਤੇ ਕਿਡਨੀ ਦਵਾ ਦਿਓ। ਇੱਕ ਇੱਕ ਬਾਂਹ ਦੀ ਕੀਮਤ, ਦੋਵੇਂ ਬਾਹਾਂ ਉੱਡ ਗਈਆਂ, ਬੱਚੀ ਦੀ ਤੋਰੀ ਲਾਉਣ ਵਾਸਤੇ ਚੜੀ ਕੋਠੇ ਤੇ, ਬਿਜਲੀ ਦੇ ਉਹ ਚੇਤਾ ਭੁੱਲ ਗਿਆ, ਹੱਥ ਪਾਇਆ, ਪੁੜਕ ਕੇ ਥੱਲੇ ਡਿੱਗੀ, ਦੋਵੇਂ ਬਾਹਾਂ ਕੱਟਦਿਆਂ ਇੱਥੋਂ ਤੱਕ ਕੱਟ ਦਿੱਤੀਆਂ। ਤੇ ਬਾਅਦ ਚੋਂ ਕਹਿੰਦੇ ਜੀ ਕੁਛ ਪਾਣੀ ਪੀਣ ਜੋਗੀ ਵੀ ਨਾ, ਤੇ ਉਸ ਵੇਲੇ 50 ਲੱਖ ਉਹਨਾਂ ਨੇ ਖਰਚਾ ਇਕੱਠਾ ਕਰਨਾ ਸੀ ਇੱਕ ਬਾਂਹ ਵਾਸਤੇ। ਗਰੰਟੀ ਕਿੰਨੀ? 20%। ਜਿਨ੍ਹਾਂ ਬੰਦਿਆਂ ਨੂੰ ਰੱਬ ਨਹੀਂ ਨਾ ਦਿਖਦਾ, ਮੈਂ ਕਹਿੰਦਾ ਉਹ ਆਪਣੇ ਆਪ ਵਿੱਚੋਂ ਦੇਖ ਲਿਆ ਕਰ, ਆਪਣੇ ਸਰੀਰ ਵੱਲ ਨੂੰ ਝਾਤੀ ਮਾਰ ਕਿ ਪ੍ਰਮਾਤਮਾ ਨੇ ਕੀ ਕੁਛ ਨਹੀਂ ਸਾਨੂੰ ਦਿੱਤਾ। ਸਾਡੇ ਨੇੜੇ ਇੱਕ 45 ਸਾਲ ਦਾ ਬੰਦਾ ਸੀ, 1.5 ਫੁੱਟ ਕੱਦ, ਦਾੜੀ ਮੇਰੇ ਨਾਲੋਂ ਲੰਬੀ। ਮੈਂ ਨੰਗਲ ਜਾ ਰਿਹਾ ਸੀ ਕਿਸੇ ਕੰਮ ਲਈ, ਸਿੰਧ ਬੈਂਕ ਪਨੋਪਲੀ ਦੇ ਰੁਕਿਆ, ਧਿਆਨ ਆਪਣੇ ਹੀ ਚੱਲਿਆ ਹੋਇਆ, ਅੱਗੇ ਉਹ ਬੈਠਾ, ਮੂੰਹ ਉੱਤੇ ਨੂੰ ਚੱਕ ਕੇ ਇੱਕਦਮ ਮੈਨੂੰ ਜਿਵੇਂ ਕਰੰਟ ਪੈਂਦਾ, ਮੈਂ ਕੋਈ ਸਿਰ ਵੱਢ ਕੇ ਸੱਟ ਗਿਆ। ਪਰ ਜਾਨੂੰ ਬੰਦਾ ਅੰਦਰ ਤੇ ਨਿਕਲਿਆ, ਉਹਨੇ ਗੱਟਾ ਜਿਹਾ ਚੱਕਿਆ, ਸਾਈਕਲ ਤੇ ਰੱਖਿਆ ਤੇ ਖਿਸਕ ਲਿਆ। 45 ਸਾਲ ਤੱਕ ਉਹਨੇ ਜ਼ਿੰਦਗੀ ਬਤੀਤ ਕੀਤੀ ਔਰ 45 ਸਾਲ ਤੱਕ ਉਹਦੀ ਮਾਂ ਨੂੰ ਪੈਰਾਂ ਤੇ ਬਿਠਾ ਕੇ ਉਹਨੂੰ ਉਹਦਾ ਜਿਹੜਾ ਸਰੀਰਕ ਕਿਰਿਆ ਉਹ ਸੋਧਦੀ ਰਹੀ। ਸ਼ੁਕਰ ਕਰਿਆ ਕਰੀਏ ਉਸ ਪੂਰਨ ਪਰਮਾਤਮਾ ਵਾਹਿਗੁਰੂ ਜੀ ਦਾ। ਸੱਚੇ ਪਾਤਸ਼ਾਹ ਕਹਿੰਦੇ ਬੰਦੇ ਜੇ ਤੈਨੂੰ ਰੱਬ ਨਹੀਂ ਨਾ ਚੇਤਾ ਆਉਂਦਾ, ਗੁਰੂ ਅਰਜਨ ਪਾਤਸ਼ਾਹ ਕਹਿੰਦੇ ਫਿਰ ਉਹ ਯਾਦ ਰੱਖ ਤੂੰ ਬਣਿਆ ਕਿੱਥੋਂ, ਇਸ ਪਾਣੀ ਤੇ ਜਿੰਤੂ ਘਰਿਆ, ਮਾਟੀ ਕੱਲ ਦਿਵਰਾ ਕਰਿਆ, ਉਕਤ ਜੋਤ ਲੈ ਸੁਰਤ ਪ੍ਰੀਖਿਆ, ਮਾਤ ਗਰਭ ਮੈਂ ਜਿੰਤੂ ਰੱਖਿਆ। ਮਾਤਾ ਦੇ ਉਦਰ ਦੇ ਵਿੱਚ ਭਾਈ ਸਾਹਿਬ ਵੀ ਕਥਾ ਕਰਦੇ ਦੱਸ ਰਹੇ ਸੀ ਕਿ ਕਿੱਦਾਂ ਪਰਮਾਤਮਾ ਵਾਹਿਗੁਰੂ ਨੇ ਇਹ ਰਚਨਾ ਰਚੀ। ਰੱਖਣਾ ਹਰ ਸੰਭਾਰ ਜਣਾ, ਸਗਲੇ ਛੋਟ ਵਿਚਾਰ ਮਨਾ, ਜਿੰਦੀਏ ਤੁਧ ਬਾਪ ਮਹਿਤਾਰੀ, ਜਿੰਦੀਏ ਭਰਾਤ ਪੁਤਹਾਰੀ, ਜਿੰਦੀਏ ਤੁਧ ਬੰਤਾ, ਬੰਤਾ ਮੈਨੇ ਹੁੰਦੀ ਪਤਨੀ, ਬੰਤਾ ਅਰਮੀਤਾ, ਤਿਸ ਠਾਕੁਰ ਕੋ ਰੱਖ ਲਿਓ ਚੀਤਾ, ਜਿੰਦੀਆ ਤੁਧ ਪਵਨ ਅਮੋਲਾ, ਆਹਵਾ ਜਿੰਦੀਆ ਤੁਧ ਨੀਰ ਨਿਰਮੋਲਾ। ਪਾਣੀ, ਹੁਣ ਪਾਣੀ ਸਾਡੇ ਤੇ ਵੀ ਡੱਕਾ ਮਾਰਿਆ ਜਾ ਰਿਹਾ, ਕਿਉਂਕਿ ਕਾਰਨ ਤਾਂ ਉਹੀ ਹੈ ਨਾ, ਆ ਕੁਛ ਕਿਆ ਕੁਛ ਕੀਤਾ। ਫਿਰ ਸਭ ਤੋਂ ਵੱਧ ਖਰਚਾ ਪੰਜਾਬ ਦਾ ਭਾਖੜਾ ਮੈਨੇਜਮੈਂਟ ਤੇ ਹੋਇਆ ਹੋਵੇ, ਉਹਨਾਂ ਨੇ ਬਾਲ ਵਾਂਗੂ ਚੱਕ ਕੇ ਬਾਹਰ ਰੱਖ ਦਿੱਤਾ ਪੰਜਾਬ ਨੂੰ, ਤੇ ਹਰਿਆਣੇ ਨੂੰ ਤਾਂ ਫਿਰ ਲੈ ਲੈਣਗੇ, ਕਿਉਂਕਿ ਸਾਡੀ ਸ਼ਕਲਾਂ ਜਰਾ ਉਹਨਾਂ ਨਾਲੋਂ ਵੱਖਰੀਆਂ। ਇਹੀ ਚੁੱਭਦੀਆਂ ਹੈ ਆਦਿ ਕਾਲ ਤੋਂ, ਜਿਹੜਾ ਦਿੱਲੀ ਦੇ ਤਖਤ ਤੇ ਬੈਠਾ ਨਾ, ਉਹਦੀ ਪ੍ਰੋਬਲਮ ਸਭ ਤੋਂ ਵੱਡੀ ਇਹੀ ਰਹੀ ਵੀ ਪੰਜਾਬ ਨੂੰ ਹੜੱਪਣਾ ਵੀ ਚਾਹੁੰਦਾ ਹੈ, ਪੰਜਾਬ ਨੂੰ ਖਤਮ ਵੀ ਕਰਨਾ ਚਾਹੁੰਦਾ ਹੈ, ਨਾਲ ਨਾਲ ਪੰਜਾਬੀ ਸੱਭਿਆਚਾਰ ਦੀ ਵੀ ਗੱਲ ਕੀਤੀ। ਸਿੱਖ ਸੱਭਿਆਚਾਰ ਨਹੀਂ ਤਾਂ ਪੰਜਾਬੀ ਸੱਭਿਆਚਾਰ ਹੈ ਹੀ। ਮੈਨੂੰ ਇਹ ਯਾਦ ਆ ਗਈ ਇੱਕ ਗੱਲ ਵੀ ਇੱਕ ਤ੍ਰਿਵੇਦੀ, ਜਿਨ੍ਹਾਂ ਨੇ ਇੱਕ ਵੇਦ ਪੜ੍ਹਿਆ, ਵੇਦੀ ਕਹਿੰਦੇ, ਚਾਰ ਵੇਦੀ, ਚਤੁਰਵੇਦੀ, ਦਵੇਦੀ ਕਹਿੰਦੇ, ਇਹ ਗੋਤ ਇੱਦਾਂ ਬਣੇ। ਤ੍ਰਿਵੇਦੀਆਂ ਦਾ ਮੁੰਡਾ ਲੁਧਿਆਣੇ ਦਾ ਰਹਿਣ ਵਾਲਾ ਸੀ, ਇੰਗਲੈਂਡ ਪਹਿਲ ਪੜ੍ਹਨ ਦੇ ਲਈ ਚਲਾ ਗਿਆ, ਤੇ ਉੱਥੇ ਦੂਜੇ ਦੇਸ਼ ਦੇ ਵਿੱਚ ਜਾ ਕੇ ਕੁੜੀਆਂ ਵਰਗਾ ਮੁੰਡਾ, ਘਰ ਤੋਂ ਕਦੇ ਨਿਕਲਿਆ ਨਹੀਂ, ਪੈਸਾ ਖੁੱਲ੍ਹਾ ਸੀ, ਪਹਿਲੀ ਵਾਰ ਟਾਵਾਂ ਉੱਥੇ ਜਾਂਦਾ ਸੀ, ਉਦਾਸ ਹੋ ਗਿਆ, ਸਕੂਲ ਨਾ ਜਾਵੇ, ਆਪਣੀ ਕਲਾਸਾਂ 'ਚ ਨਾ ਜਾਵੇ, ਅੰਦਰ ਬੈਠਾ ਰੋਈ ਜਾਵੇ। ਤੇ ਉਹਨੇ ਆਪਣੇ ਡੈਡੀ ਨੂੰ ਦੱਸਿਆ ਵੀ ਮੇਰਾ ਮਨ ਨਹੀਂ ਲੱਗਦਾ, ਕਹਿੰਦੇ ਬੇਟੇ ਆ ਜਾ, ਫਿਰ ਜੇ ਨਹੀਂ ਹੈ ਛੱਡ ਕੇ ਆ ਜਾ, ਕੀ ਕੀਤਾ ਜਾ ਸਕਦਾ। ਪਰ ਮਨ ਦੇ ਵਿੱਚ ਇੱਕ ਦਿਨ ਆਇਆ, ਕਹਿਣ ਲੱਗਾ ਮੈਂ ਚੱਲਿਆ ਤਾਂ ਵਾਪਸ ਹਾਂ, ਪਰ ਇੱਕ ਵਾਰੀ ਘੁੰਮ ਕੇ ਤਾਂ ਹੁਣ ਦੇਖਣਾ, ਤਰਾਸ ਵੀ ਹੋ ਗਿਆ ਨਾ, ਘਰਦਿਆਂ ਨੇ ਜਹਾਜ਼ ਦੇ ਦਿੱਤੀ, ਤੇ ਬਾਹਰ ਘੁੰਮਣ ਦੇ ਲੈ ਗਿਆ। ਮਨ ਵਿੱਚ ਮਨੋਂ ਉਹਨੇ ਫੈਸਲਾ ਕੀਤਾ, ਜਿਹੜਾ ਇੰਡੀਅਨ ਮਿਲ ਗਿਆ ਨਾ, ਉਹਨੂੰ ਮੈਂ ਧਾ ਕੇ ਜੱਫੀ ਪਾ ਕੇ ਨਾ ਰੱਜ ਕੇ ਰੋ ਲੈਣਾ ਹੈ। ਪਰ ਹੁਣ ਉੱਥੇ ਇੱਕੋ ਜਿਹੇ ਸਾਰੇ, ਇਹ ਕੀ ਪਤਾ ਲੱਗੇ ਵੀ ਆ ਇੰਡੀਅਨ ਹੈ, ਆ ਪਾਕਿਸਤਾਨੀ ਹੈ, ਦੂਜਾ ਹੈ, ਤੀਜਾ ਹੈ। ਜਾਨੂੰ ਬੜਾ ਲੰਬਾ ਉੱਚਾ ਸਰਦਾਰ, ਖੁੱਲਾ ਦਾੜਾ, ਸਿਰ ਤੇ ਦਸਤਾਰ ਸਜਾਈ ਹੋਈ, ਤੇ ਉਹ ਖੜਾ ਹੋਇਆ ਇੱਕ ਦੁਕਾਨ ਤੇ ਜਾ ਕੇ, ਉਹਦੇ ਗਲ ਚਿੰਬੜ ਗਿਆ। ਸ਼ੁਕਰ ਹੈ ਵੀ ਉਹ ਚੰਗਾ ਸੀ, ਬਹੁਤ ਨਿਮਰਤਾ ਵਾਲਾ ਸੀ। ਉਹਨੇ ਬੜੇ ਪਿਆਰ ਨਾਲ ਪੁੱਛਿਆ, ਬੇਟੇ ਦੱਸ ਕੀ ਗੱਲ ਹੈ। ਉਹਨੇ ਸਾਰੀ ਗੱਲ ਦੱਸੀ ਕਿ ਮੇਰਾ ਮਨ ਨਹੀਂ ਲੱਗਦਾ ਸੀ, ਪਰ ਮੈਂ ਅੱਜ ਮਹਿਸੂਸ ਕੀਤਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜੇ ਤੁਹਾਨੂੰ ਦਸਤਾਰ ਤੇ ਆਹ ਸਰੂਪ ਨਾ ਦਿੱਤਾ ਹੁੰਦਾ ਤਾਂ ਇੰਡੀਅਨ ਲੋਕਾਂ ਦੀ ਕਿਆ ਪਹਿਚਾਣ ਹੋਣੀ ਸੀ। ਅੰਤੋਂ ਸਰਦਾਰ ਜੀ ਨੇ ਬਣਾ ਕੇ ਆਪਣੇ ਕੋਲ ਰੱਖ ਕੇ ਉਹਨੂੰ ਪੜ੍ਹਾਈ ਪੂਰੀ ਕਰਾ ਕੇ ਵਾਪਸ ਭੇਜਿਆ। ਆ ਕੇ ਉਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ PhD ਕੀਤੀ। ਆ ਸਾਡੇ ਦੇਸ਼ ਦੇ ਤਾਜਦਾਰਾਂ ਨੂੰ ਅੱਜ ਭੁੱਲ ਗਏ। ਸਾਡੇ 80% ਨਹੀਂ ਬਲਕਿ 100% ਕੁਰਬਾਨੀਆਂ ਵੀ ਹੈਗੀਆਂ, ਜਿੱਥੇ ਨਰੋਲ ਸਿੱਖੇ ਕਾਲੇ ਪਾਣੀ ਦੀਆਂ ਸਜ਼ਾ ਵਰਗੀਆਂ,
ਜਿੱਥੇ ਨਿਰੋਲ ਸਿੱਖਾਂ ਨੂੰ ਤੋਪਾਂ ਦੇ ਨਾਲ ਉਡਾਇਆ ਗਿਆ, ਕਿਤੇ ਫਿਰ ਮੌਕਾ ਮਿਲਿਆ ਸਿੱਖਾਂ ਦੀ ਭਾਰਤ ਦੀ ਆਜ਼ਾਦੀ ਦਾ ਹਿੱਸਾ, ਇਸ ਵਿਸ਼ੇ ਤੇ ਮੈਂ ਗੱਲ ਕਰਾਂਗਾ। ਪਰ ਅੱਜ ਸਾਡੇ ਨਾਲ ਕੀ ਹੋ ਰਿਹਾ, ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ, ਕੁਝ ਸਾਡੀਆਂ ਘਾਟਾਂ ਰਹਿ ਗਈਆਂ ਵੀ ਅਸੀਂ ਗੁਰਬਾਣੀ ਨੂੰ ਉਸ ਪੱਧਰ ਤੇ, ਗੁਰ ਇਤਿਹਾਸ ਨੂੰ, ਰਹਿਤ ਮਰਜ਼ਾਦਾ ਨੂੰ ਉਸ ਪੱਧਰ ਤੇ ਅਸੀਂ ਲਿਜਾ ਨਹੀਂ ਸਕੇ। ਨਹੀਂ ਤਾਂ RSS ਦਾ ਜਨਮ ਵੀ 1925 ਚ ਹੋ ਰਿਹਾ, ਤੇ ਇੱਧਰ ਸ਼੍ਰੋਮਣੀ ਕਮੇਟੀ ਦਾ ਸਾਡਾ ਜਨਮ ਵੀ ਜਿਹੜਾ 1925। ਪਰ ਉਹ ਸਿਆਣੇ ਲੋਕ ਸੀ, ਉਹਨਾਂ ਨੇ ਜਿਹੜਾ ਇਲੈਕਸ਼ਨ ਸਿਸਟਮ ਸੀ ਉਹ ਆਪਣੇ ਧਰਮ 'ਚ ਨਹੀਂ ਵੜਨ ਦਿੱਤਾ, ਤੇ ਅਸੀਂ ਇਲੈਕਸ਼ਨ ਸਿਸਟਮ ਨੂੰ ਅਪਣਾ ਕੇ ਬਹੁਤ ਦੂਰ ਜੇ ਨਾ ਆਪਣੇ ਨਿਸ਼ਾਨਿਆਂ ਤੋਂ ਚਲੇ ਗਏ। ਇਸ ਸੱਚ ਨੂੰ ਪ੍ਰਵਾਨ ਕਰਨਾ ਪਿਆ। ਬਹੁਤ ਘੱਟ ਸੀ ਉਸ ਵੇਲੇ ਸਿੱਖ ਆਗੂ ਜਿਨ੍ਹਾਂ ਨੇ ਇਹ ਮਹਿਸੂਸ ਕੀਤਾ। ਖੈਰ, ਸਾਡੇ ਤੇ ਕਿਰਪਾ ਪ੍ਰਭੂ ਦੀ ਹੋ ਚੁੱਕੀ ਹੈ ਭਾਈਓ। ਜਿਹੜੇ ਵੀਰ ਕਹਿੰਦੇ ਆ ਵੀ ਜੀ ਅਜੇ ਪ੍ਰਮਾਤਮਾ ਦੀ ਕਿਰਪਾ ਨਹੀਂ ਹੋਈ, ਉਹ ਇਸ ਭੁਲੇਖੇ ਦਾ ਸ਼ਿਕਾਰ ਨਾ ਹੋਣ, ਜਾਂ ਪ੍ਰਮਾਤਮਾ ਨੇ ਸਭ ਕੁਝ ਸਾਨੂੰ ਦੇ ਦਿੱਤਾ, ਕੁਝ ਛੱਡਿਆ ਹੀ ਬਾਕੀ ਨਹੀਂ, ਤੇ ਫਿਰ ਅਜੇ ਕਿਹੜੀ ਕਿਰਪਾ ਨੂੰ ਨਹੀਂ। ਦੂਜੀ ਹੋਣੀ ਗੁਰੂ ਕਿਰਪਾ, ਤੇ ਗੁਰੂ ਕਿਰਪਾ ਦੇ ਨਾਲ ਹੀ ਸਾਡਾ ਪਾਰ ਉਤਾਰਾ ਹੋ ਸਕਣਾ ਹੈ। ਪਰ ਗੁਰੂ ਕੌਣ ਹੈ, ਇਹ ਵੀ ਜਾਣਨ ਦੀ, ਪਹਿਚਾਨਣ ਦੀ ਲੋੜ ਹੈ। ਅੱਜ ਬੜੇ ਗੁਰੂਆਂ ਦੇ ਢੇਰ ਲੱਗੇ ਪਏ ਪੰਜਾਬ ਦੀ ਧਰਤੀ ਤੇ। ਸੱਚੇ ਸਤਿਗੁਰੂ ਦੀ ਜਦ ਤੱਕ ਸ਼ਰਨ ਨਹੀਂ ਜਾਂਦੇ। ਸੱਚਾ ਸਤਿਗੁਰੂ ਕੌਣ ਹੈ? ਸੱਚੇ ਦਾ ਮਤਲਬ ਹੁੰਦਾ ਜਿਹਨੇ ਹਮੇਸ਼ਾ ਕਾਇਮ ਰਹਿਣਾ, ਤੇ ਕਾਇਮ ਰਹਿਣ ਵਾਲੀਆਂ ਤਿੰਨ ਚੀਜ਼ਾਂ ਹੀ ਆ, ਥਿਰ ਨਾਰਾਇਣ, ਥਿਰ ਗੁਰ, ਥਿਰ ਸਾਚਾ ਵਿਚਾਰ। ਜਾਂ ਤੇ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ, ਜਾਂ ਗੁਰੂ, ਤੇ ਜਾਂ ਗੁਰੂ ਦੀ ਵਿਚਾਰਧਾਰਾ। ਨਹੀਂ ਤਾਂ ਸੰਸਾਰ ਦੀ ਸਾਰੀ ਆਜ ਆਉਣੀ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛਿਆ ਸੀ ਨਾ ਜਦੋਂ ਸਿੱਧਾ ਨੇ, ਬਈ ਤੇਰਾ ਗੁਰੂ ਕੌਣ ਹੈ? ਆਪ ਜਾਣਦੇ ਹੋ, ਸ਼ਬਦ ਗੁਰੂ ਸੁਰਤ ਚੇਲਾ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ। 6ਵੀਂ ਪੌੜੀ 'ਚ ਫਿਰ ਸਵਾਲ ਕਰ ਦਿੱਤਾ। ਕਹਿਣ ਲੱਗੇ, ਜਦੋਂ ਧਰਤੀ ਨਹੀਂ ਸੀ, ਰੂਪ ਨਾ ਹੋ ਤੋ ਰੇਖਿਆ ਖਾਈ, ਤਾਂ ਸ਼ਬਦ ਕਹਾਂ ਲਿਵਲਾਈ, ਤੇਰਾ ਗੁਰੂ ਉਸ ਵੇਲੇ ਕਿੱਥੇ ਬੈਠਾ ਹੋਇਆ ਸੀ? ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਮੇਰਾ ਗੁਰੂ ਉਸ ਵੇਲੇ ਵੀ ਕਾਇਮ ਸੀ। ਗੁਰੂ ਪਾਤਸ਼ਾਹ ਨੇ ਜਵਾਬ ਦਿੱਤਾ, ਰੂਪ ਨਾ ਰੇਖਿਆ ਜਾਤ ਨਾ ਹੋਤੀ, तो अकुलीन रहे शब्द सो सार, गौण गगन जब तवे ना होते, त्रिभवन जोत आप निरंकार। बई सृष्टि तो पहला भी साडा गुरु कायम सी, शब्द गुरु परमात्मा च भेद सी। सृष्टि की रचना हुई तो साडे गुरु ने की, उत्पत परलो शब्दे होवे, शब्दे ही विरोपत होवे। भी उस परिपूर्ण परमात्मा वाहिगुरु जी ने शब्द के द्वारा सृष्टि की रचना की। ਜਦੋਂ ਸ੍ਰਿਸ਼ਟੀ ਦੀ ਰਚਨਾ ਵੀ ਹੋ ਗਈ, ਉਦੋਂ ਵੀ ਸਾਡਾ ਗੁਰੂ ਕਾਇਮ ਸੀ। ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਸਾਡਾ ਗੁਰੂ ਕਾਇਮ ਸੀ। 550 ਸਾਲ ਪਹਿਲਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਇੱਥੇ ਆਏ ਤਾਂ ਵੀ ਸਾਡਾ ਗੁਰੂ ਕਾਇਮ ਸੀ। ਔਰ 314 ਸਾਲ ਹੋ ਗਏ, ਉਦੋਂ ਵੀ ਸਾਡਾ ਗੁਰੂ ਕਾਇਮ ਸੀ। 1708 ਤੇ 22 ਚੱਲਿਆ ਹੋਇਆ 2022, ਸਾਡਾ ਗੁਰੂ ਕਾਇਮ ਸੀ। ਜਦੋਂ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਅੱਜ ਵੀ ਸਾਡਾ ਗੁਰੂ ਤੁਹਾਡੇ ਸਾਹਮਣੇ ਪ੍ਰਤੱਖ ਹਾਜ਼ਰ ਨਾਜ਼ਰ ਹੈ। ਸਰੀਰ ਨਹੀਂ ਕਾਇਮ ਰਹਿ ਸਕਣਾ ਕਿਸੇ ਦਾ ਵੀ, ਭਾਵੇਂ ਗੁਰੂ ਦਾ ਹੋਵੇ ਤੇ ਭਾਵੇਂ ਚੇਲੇ ਦਾ ਹੋਵੇ। ਸਾਨੂੰ ਇਹ ਗੱਲਾਂ ਨੂੰ ਸਮਝਣ ਦੀ ਲੋੜ ਹੈ। ਅੱਜ ਇਹ ਗੱਲਾਂ ਸਪਸ਼ਟ ਰੂਪ ਵਿੱਚ ਦੱਸੀਆਂ ਹੀ ਨਹੀਂ ਜਾ ਸਕੀਆਂ ਕਿ ਸਾਡਾ ਗੁਰੂ ਜਿਹੜਾ ਹੈ ਕੋਈ ਵਿਅਕਤੀ ਨਹੀਂ ਹੈ, ਔਰ ਬਲਕਿ ਸਾਡੇ ਗੁਰੂ ਨੂੰ ਲੁਕਾਉਣ ਦੇ ਲਈ ਤਾਂ ਆਦਿ ਕਾਲ ਤੋਂ, ਬਾਬਰ ਦੇ ਸਮੇਂ ਤੋਂ ਆ ਕੋਈ ਅੱਜ ਥੋੜਾ ਨਾ ਬੇਅਦਬੀਆਂ ਹੋਣ ਲੱਗੀਆਂ। ਇਹ ਬੇਅਦਬੀਆਂ ਜਿਹੜੀਆਂ ਹੈ ਉਹ ਤਾਂ ਲੱਖਾਂ ਦੀ ਗਿਣਤੀ। ਕਿ ਸਾਡਾ ਗੁਰੂ ਕਿਤੇ ਚਲਾ ਗਿਆ, ਸਾਡੇ ਗੁਰੂ ਨੂੰ ਕੋਈ ਮਿਟਾ ਸਕਿਆ ਨਹੀਂ। ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਇਆ। ਸੋ ਐਸਾ ਗੁਰੂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਸਾਧ ਸੰਗਤ ਇਹ ਵੀ ਯਾਦ ਰੱਖਣ ਦੀ ਗੱਲ ਹੈ ਕਿ ਦੁਨੀਆ ਦੇ ਹੋਰ ਗੁਰੂ ਨੇ ਜਿੱਥੇ ਹਮੇਸ਼ਾ ਹਮੇਸ਼ਾ ਲਈ ਕਾਇਮ ਨਹੀਂ ਨਾ ਰਹਿਣਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਜਿਹੜੀ ਨਾ, ਉਹ ਵੀ ਸਮੇਂ ਦੀ ਹਾਣੀ ਹੈ। ਅੱਜ ਤੋਂ ਬਾਅਦ, ਅੱਜ ਮੈਂ ਇਹ ਵੀ ਦੱਸਦਾ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਹੁਣ ਅਸੀਂ ਇੱਥੇ ਬੈਠੇ ਹੋਏ ਹਾਂ, ਇੱਥੋਂ ਜਹਾਜ਼ ਫੜਾ ਮੈਂ ਆਕਾਸ਼ ਨੂੰ ਚੜ੍ਹ ਜਾਵਾਂ, ਅਮਰੀਕਾ, ਕੈਨੇਡਾ, ਜਾਪਾਨ, ਕਿਤੇ ਚੱਲ ਜਾਵਾਂ। ਜਿੱਥੇ ਸਿੱਖ ਹੋਣਗੇ ਉੱਥੇ ਸਾਡੇ ਗੁਰੂ ਸਾਹਿਬ ਵੀ ਹਾਜ਼ਰ ਹੋਣਗੇ। ਤੇ ਜੇ ਦੇਹਧਾਰੀ ਗੁਰੂ ਡੇਰੇ 'ਚ ਬੈਠਾ, ਉਹਦੀ ਸੰਗਤ ਖਾਲੀ ਹੈ। ਜੇ ਸੰਗਤ ਵਿੱਚ ਚਲਾ ਗਿਆ ਤਾਂ ਡੇਰਾ ਖਾਲੀ ਹੈ। ਤੇ ਦੋਨੇ ਜਗ੍ਹਾ ਪੂਰੀਆਂ ਕਰਨ ਵਾਸਤੇ ਕੋਈ ਟੇਪ ਰਿਕਾਰਡ ਲਾ ਕੇ ਬਹਿ ਜਾਂਦਾ, ਕੋਈ ਕਿਸੇ ਬੰਦੇ ਨੂੰ ਗੁਰੂ ਮੰਨ ਲੈਂਦਾ, ਕੋਈ ਕਿਸੇ ਦੀ ਫੋਟੋ ਰੱਖ ਦਿੰਦਾ, ਕੋਈ ਕਿਸੇ ਢੰਗ ਦੇ ਨਾਲ ਆਪਣੀ ਗੁਰੂ ਦੀ। ਕਿਉਂਕਿ ਸਤਿਗੁਰੂ ਨੇ ਸ਼ਰਤ ਲਾਈ, ਜੈ ਸਤਿਗੁਰ ਤੈਂ ਸਤ ਸੰਗਤ ਬਣਾਈ। ਸਤਿਗੁਰੂ ਉੱਥੇ ਹੀ ਹੈ ਜਿੱਥੇ ਸੰਗਤ, ਉੱਥੇ ਹੀ ਕਿਹਾ ਜਾ ਸਕਦਾ ਸਤ ਸੰਗਤ, ਜਿੱਥੇ ਸਾਡੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਹਨ।
ਇਸ ਲਈ ਸਾਡੇ ਗੁਰੂ ਨੇ ਕਦੇ ਸੰਸਾਰ ਤੋਂ ਨਹੀਂ ਜਾਣਾ। ਪਿਛਲੇ ਦਿਨੀ ਸ਼ਤਾਬਦੀਆਂ ਮਨਾਈਆਂ, ਜਦੋਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ 400 ਸਾਲਾ ਸ਼ਤਾਬਦੀ ਮਨਾਈ। ਬੜੇ ਬੜੇ ਵਿਦਵਾਨ ਜਿਹੜੇ ਆ ਦੂਜੇ ਧਰਮਾਂ ਦੇ ਵੀ ਆਏ। ਉਸ ਵੇਲੇ ਦਿੱਲੀ ਦੇ ਬੁਖਾਰੀ ਸਾਹਿਬ ਨੇ ਇੱਕ ਗੱਲ ਆਖੀ ਸੀ ਕਿ ਅਜੇ ਸਾਰੀ ਦੁਨੀਆ ਜਿਹੜੀ, ਮਸਕੀਨ ਸਾਹਿਬ ਜੀ ਦਾ ਹਵਾਲਾ ਦਿੰਦੇ ਹੁੰਦੇ ਵੀ 7 ਕਰੋੜ ਮੁਸਲਮਾਨਾਂ ਦੇ ਸ਼ਾਹੀ ਇਮਾਮ ਸਾਹਿਬ ਨੇ ਆਖਿਆ ਸੀ ਅਜੇ ਉਹ ਸਾਰੀ ਦੁਨੀਆ ਸਿਆਣੀ ਨਹੀਂ ਹੋਈ। ਜਿਸ ਦਿਨ ਸਾਰੀ ਦੁਨੀਆ ਸਿਆਣੀ ਹੋ ਗਈ ਨਾ, ਉਸ ਦਿਨ ਸਾਰੀ ਦੁਨੀਆ ਦਾ ਇੱਕੋ ਇੱਕ ਗੁਰੂ ਹੋਏਗਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਇੱਕੋ ਇੱਕ ਧਰਮ ਹੋਏਗਾ, ਕੇਵਲ ਤੇ ਕੇਵਲ ਸਿੱਖ ਧਰਮ। ਡਾਕਟਰ ਸਵਰਾਜ ਸਿੰਘ ਜੀ ਯੂਨੀਵਰਸਿਟੀ ਵਾਲੇ ਇੱਕ ਸੈਮੀਨਾਰ ਦੇ ਵਿੱਚ ਅਨੰਦਪੁਰ ਸਾਹਿਬ ਬੋਲ ਰਹੇ ਸਨ। ਉਹਨਾਂ ਨੇ ਬੜੀ ਸਵਾਦਲੀ ਗੱਲ ਕੀਤੀ। ਕਹਿਣ ਲੱਗੇ, ਮੇਰਾ ਇਹ ਅਟਲ ਵਿਸ਼ਵਾਸ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੋਟ ਬ੍ਰਹਮੰਡ ਦੀ ਗੱਲ ਕਰਦੇ ਨੇ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਵ ਜੀਆਂ ਕਾ ਦਾਤਾ ਰਹੇ। ਇਸ ਲਈ ਮੇਰਾ ਇਹ ਵਿਸ਼ਵਾਸ ਹੈ ਵੀ ਕਰੋੜਾਂ 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 ਸਾਲਾਂ ਤੋਂ ਬਾਅਦ, ਕਰੋੜਾਂ ਕਰੋੜਾਂ ਬ੍ਰਹਮੰਡਾਂ ਦੇ ਵਿੱਚ ਜੇ ਕਰੋੜਾਂ ਕਰੋੜਾਂ ਹੀ ਮਨੁੱਖ ਵਸਦੇ ਹੋਣਗੇ ਨਾ ਕਰੋੜਾਂ ਸਾਲਾਂ ਤੋਂ ਬਾਅਦ, ਤਾਂ ਉਹਨਾਂ ਦਾ ਵੀ ਗੁਰੂ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੋਣਗੇ। ਹੋਰ ਸਭ ਜਿਹੜੇ ਨਾ ਉਹ ਕਾਇਮ ਨਹੀਂ ਰਹਿ ਸਕਣਗੇ, ਕਿਉਂਕਿ ਇਹ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੇ ਕੋਈ। ਜਿਹਦੀ ਸਥਾਪਨਾ ਆਪ, ਸਿਰਜਣਾ ਆਪ ਅਕਾਲ ਪੁਰਖ ਵਾਹਿਗੁਰੂ ਜੋਤ ਰੂਪ ਹਰ ਆਪ ਗੁਰੂ ਨਾਨਕ ਪਾਤਸ਼ਾਹ ਨੇ 10 ਜਾਮਿਆਂ ਦੇ ਰਾਹੀਂ ਕੀਤੀ ਹੋਵੇ, ਉਹਨੂੰ ਕੌਣ ਮਿਟਾ ਸਕਦਾ ਹੈ। ਅੱਜ ਮਿਟਾਉਣ ਦੀਆਂ ਕੋਸ਼ਿਸ਼ਾਂ ਅੰਦਰੋਂ ਵੀ ਤੇ ਬਾਹਰੋਂ ਵੀ। ਇਹ ਬਾਣੀ ਦਾ ਪ੍ਰਕਾਸ਼ ਕਿਤੇ ਲੋਕਾਂ ਦੇ ਹਿਰਦਿਆਂ ਵਿੱਚ ਨਾ ਬਹਿ ਜਾਵੇ, ਹਿਰਦਿਆਂ ਵਿੱਚ ਨਾ ਕਿਤੇ ਪ੍ਰਕਾਸ਼ ਹੋ ਜਾਵੇ। ਇਹਨੂੰ ਰੋਕਣ ਦੇ ਲਈ ਸਿਰਤੋੜ ਯਤਨ ਜਿਹੜੇ ਨਾ ਕੀਤੇ ਜਾ ਰਹੇ। ਬਾਹਰਲੇ ਤਾਂ ਹਮਲਿਆਂ ਦਾ ਤੁਹਾਨੂੰ ਪਤਾ ਹੀ ਹੈ, ਜਿਹੜੇ ਅੰਦਰਲੇ ਹਮਲੇ ਸਾਡੇ ਤੇ ਅੱਜ ਹੋ ਰਹੇ ਨਾ, ਉਹ ਮਾਫ ਕਰਨਾ, ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ। ਉਸ ਪੱਖੋਂ ਅਸੀਂ ਗਫਲਤ ਦੀ ਨੀਂਦ ਵਿੱਚ ਸੁੱਤੇ ਪਏ ਹਾਂ। ਉਹ ਸਿੱਖੀ ਸ਼ਕਲਾਂ ਦੇ ਵਿੱਚ ਬੰਦੇ ਆ ਕੇ ਹੀ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਚੈਲੰਜ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਰਾਬਰ ਬੈਸਤਾ ਪਹਿਲੇ ਜਾਮੇ ਤੋਂ ਹੀ ਸ਼ੁਰੂ ਹੋ ਗਿਆ ਸੀ। ਵਿਦੇਧਾਰੀ ਗੁਰੂ ਵੀ ਨਾਲ ਨਾਲ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਪਰ ਜਦੋਂ ਸਰਬੰਸਦਾਨੀ ਦਸ਼ਮੇਸ਼ ਪਿਤਾ ਜੀ ਨੇ 7 ਅਕਤੂਬਰ 1708 ਦੀ ਰਾਤ ਨੂੰ ਆਹ ਜਿਹੜੀਆਂ ਨਿਸ਼ਾਨੀਆਂ ਬਾਣੀ ਵਿੱਚ ਸੱਚੇ ਗੁਰੂ ਦੀਆਂ ਦੱਸੀਆਂ ਸੀ ਨਾ, ਉਸ ਕਸਵੱਟੀ ਤੇ ਬੰਦਾ ਕੋਈ ਪੂਰਾ ਉਤਰ ਹੀ ਨਹੀਂ ਸਕਦਾ। ਕਿਉਂਕਿ ਸਾਰੇ ਬੰਦੇ ਜਿਹੜੇ ਨਾ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਈਰਖਾ, ਦਵੈਸ਼ ਸਭ ਇਹਦੇ 'ਚ ਫਸੇ ਹੋਏ। ਜਿਹੜੀ ਗੁਰੂ ਤੇ ਪਰਮੇਸ਼ਰ ਦੀ ਸਿਫਤ ਹੈ ਉਹ ਸੱਚੇ ਪਾਤਸ਼ਾਹ ਨੇ ਕੀਤੀ। ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਰੋਗ, ਨਾ ਸੋਗ, ਨਾ ਭੋਗ, ਨਾ ਵੈਹ। ਪਰ ਇਹਦਾ ਰੋਗ ਸਾਰੇ ਬੰਦਿਆਂ ਨੂੰ ਲੱਗੇ। ਇਹੀ ਕਾਰਨ ਹੈ ਕੋਈ ਗੁਰੂ ਬਣ ਕੇ ਵੀ ਜੇਲ੍ਹਾਂ ਵਿੱਚ ਬੈਠਾ, ਕੋਈ ਜਵਾਨਤਾਂ ਨੂੰ ਪਿੱਟ ਰਿਹਾ, ਕੋਈ ਫਰਲੋ ਨੂੰ ਪਿੱਟ ਰਿਹਾ, ਕੋਈ ਜਿਹੜਾ ਹੈ ਉਹ ਤਿਆਰੀਆਂ ਕਰ ਰਿਹਾ, ਕੋਈ ਆਪਣੀ ਜਵਾਨਤਾਂ ਦੀਆਂ ਤਿਆਰੀਆਂ ਕਰਾ ਰਿਹਾ, ਕਿਤੇ ਪੈਸਿਆਂ ਦਾ ਝਗੜਾ ਚੱਲ ਰਿਹਾ, ਕਿਤੇ ਜ਼ਮੀਨ ਜਾਇਦਾਦਾਂ ਗੋਲੀਆਂ ਆਪਸ ਵਿੱਚ ਚੱਲ ਰਹੀਆਂ। ਸੱਚੇ ਪਾਤਸ਼ਾਹ ਦੂਰਅੰਦੇਸ਼ੀ ਸਤਿਗੁਰੂ ਜੀ ਨੇ ਜਿਸ ਮਕਸਦ ਦੇ ਲਈ ਸੰਸਾਰ ਵਿੱਚ ਆਏ ਸੀ, ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਲੜ ਲਾਉਣ ਵਾਸਤੇ ਸੱਚੇ ਪਾਤਸ਼ਾਹ ਨੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲਾ ਦਿੱਤਾ। ਤੇ ਅੱਜ ਆਤਮਾ ਗ੍ਰੰਥ ਵਿੱਚ ਹੈ, ਸਰੀਰ ਪੰਥ ਵਿੱਚ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਬੈਠ ਕੇ ਖਾਲਸਾ ਪੰਥ ਸੁਚੇਤ ਨਾ ਹੋਇਆ, ਆਪਣੇ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਆਦੇਸ਼ਾਂ ਨੂੰ ਨਾ ਮੰਨਿਆ, ਤਾਂ ਸੱਚ ਜਾਣਨਾ ਸਾਨੂੰ ਪਛਤਾਣਾ ਹੀ ਪੈ ਜਾਏਗਾ। ਬਲਕਿ ਅਸੀਂ ਦੋਸ਼ੀ ਹੋਵਾਂਗੇ ਜੇ ਇਸ ਗੱਲ ਨੂੰ ਸਹੀ ਸਮਝ। ਕਿਉਂਕਿ ਸਾਡੀਆਂ ਸ਼ਕਲਾਂ ਧਾਰਨ ਕਰਕੇ ਸਾਡੇ ਵਿੱਚ ਵੜ ਕੇ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਵੀ ਹੋ ਚੁੱਕਾ। ਸਾਡੇ ਬਾਹਰਲੇ ਤਖਤ ਇਹ ਦੁੱਖ ਨਾਲ ਕਹਿਣਾ ਪੈਂਦਾ ਹੈ, ਉੱਥੇ 5 ਗ੍ਰੰਥਾਂ ਦਾ ਪ੍ਰਕਾਸ਼ ਹੋ ਕੇ ਪਹਿਚਾਣ ਹੀ ਨਹੀਂ ਰਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿੱਥੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਪੁੱਛਿਆ ਸੀ ਸਿੱਧਾਂ ਨੇ ਕਿ ਤੁਸੀਂ ਸਾਨੂੰ ਨਾ ਦਿੰਦੇ ਹੋ ਸੱਚੇ ਪਾਤਸ਼ਾਹ, ਘਰ-ਬਾਰ ਤਿਆਗਣ ਦੀ ਲੋੜ ਨਹੀਂ, ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਭਗਵੇਂ ਪਹਿਨਣ ਦੀ ਲੋੜ ਨਹੀਂ, ਫਿਰ ਕਿਸ ਕਾਰਨ ਕਰੇ ਤਜੇ ਉਦਾਸੀ, ਕਿਸ ਕਾਰਨ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਬਣ ਜਾ ਰਹੇ, ਕਿਉਂ ਕਰ ਸਾਧ ਲਗਾਵੋ ਪਾਰੇ। ਸੱਚੇ ਪਾਤਸ਼ਾਹ ਨੂੰ ਪੁੱਛਿਆ ਸੀ, ਫਿਰ ਤੁਸੀਂ ਕਿਉਂ ਉਦਾਸੀ ਧਾਰਨ ਕੀਤੀ, ਤੁਸੀਂ ਇਹ ਭਗਵਾਂ ਭੇਖ ਕਿਉਂ ਪਾਇਆ, ਤੁਸੀਂ ਘਰ-ਬਾਰ ਕਿਉਂ ਛੱਡਿਆ। ਤੇ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ। ਗੁਰਮੁਖ ਹੈ ਸੀ ਉਸ ਵੇਲੇ, ਪਰ ਹੈ ਬੜੇ ਘੱਟ ਸੀ, ਐਨ ਬਿਰਲੇ ਨਾ ਹੀ ਘਣੇ।
ਕੋਈ ਗੁਰਮੁਖ ਬੈਠਾ ਸੀ ਬਨਾਰਸ ਦੀ ਧਰਤੀ ਤੇ ਬਾਬਾ ਰਵਿਦਾਸ ਜੀ ਦਾ ਰੂਪ ਧਾਰਨ ਕਰਕੇ। ਬਾਬਾ ਰਾਮਾਨੰਦ ਜੀ ਬ੍ਰਾਹਮਣ ਜਾਤੀ ਚੋਂ ਸੀ, ਬਾਬਾ ਪੀਪਾ ਜੀ ਰਾਜਪੂਤ ਸੀ, ਬਾਬਾ ਸੈਣ ਜੀ, ਬਾਬਾ ਸਧਨਾ ਜੀ, ਬਾਬਾ ਕਬੀਰ ਜੀ, 5 ਭਗਤਾਂ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਉੱਥੋਂ ਲਈ। ਮਹਾਰਾਸ਼ਟਰ ਤੋਂ ਬਾਬਾ ਨਾਮਦੇਵ ਜੀ, ਬਾਬਾ ਤਰਲੋਚਨ ਜੀ, ਬੰਗਾਲ ਤੋਂ ਬਾਬਾ ਜੈਦੇਵ ਜੀ ਵਰਗੇ, ਬਾਬਾ ਧੰਨਾ ਜੀ ਵਰਗੇ, ਇਹ ਗੁਰਮੁਖ ਕੱਲੇ ਕੱਲੇ ਬੈਠੇ ਸੀ। ਸੱਚੇ ਪਾਤਸ਼ਾਹ ਨੇ ਕਿਹਾ ਮੈਂ ਇਹਨਾਂ ਲੱਭਣ ਲਈ ਤਿਆਰ ਹੋਇਆ ਇਹਨਾਂ ਨੂੰ। ਤੇ ਸਿੱਧਾ ਨੇ ਸਵਾਲ ਕੀਤਾ ਕਰਨਾ ਕੀ ਮਹਾਰਾਜ? ਮਛਿੰਦਰਨਾਥ ਪੁੱਛਦਾ ਸੁਣ ਮਛਿੰਦਰਾ ਨਾਨਕ ਬੋਲੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਛਿੰਦਰਨਾਥ ਮੈਂ 2 ਕੰਮ ਕਰਨੇ ਨੇ, ਇਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਬਿਠਾਵਾਂਗਾ। ਸੁਣ ਮਛਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹੀਂ ਡੋਲੇ। ਕਿਉਂਕਿ ਪਹਿਲੇ ਨੰਬਰ ਤੇ ਤਾਂ ਪੰਜਾਂ ਦਾ ਮੁਕਾਬਲਾ ਕਰਨ ਲਈ ਇਹਨਾਂ ਦੀ ਸੰਗਤ ਵਿੱਚ ਜਾਣਾ ਪਏਗਾ, ਸਾਧ ਸੰਗਤ ਦੇ ਵਿੱਚ। ਕਿਉਂਕਿ ਇਹ 5 ਜਿਹੜੇ ਨਾ ਬੜੇ ਮਹਾਬਲੀ ਨੇ। ਹੁਣ ਤੇ ਰਾਖੇ ਬਾਪ ਨਾ ਮਾਈ, ਹੁਣ ਤੇ ਰਾਖੇ ਮੀਤ ਨਾ ਪਾਈ, ਦਰਬ ਸਿਆਣਪ ਨਾਵੇ ਰਹਤੇ, ਸਾਧ ਸੰਗਤ ਹੋਏ ਦੁਸ਼ਟ ਵਸ ਹੋਤੇ। ਇੱਕ ਮਨੁੱਖਤਾ ਦੇ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਵਾਸਤੇ ਮੈਂ ਇਹਨਾਂ ਗੁਰਮੁਖਾਂ ਨੂੰ ਇੱਕ ਥਾਂ ਤੇ ਬਿਠਾਵਾਂਗਾ, ਤਾਂ ਕਿ ਜਿਹੜੇ ਅੱਜ ਸਮਝੌਤੇ ਹੁੰਦੇ ਨਾ ਭੋਜਨ ਸਮਾਜ ਭੋਜਨ ਦੀ ਨਹੀਂ ਰੱਖਦੇ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਰੱਖ ਦਿੱਤੀ ਸੀ। ਜਦੋਂ 1708 ਦੇ ਵਿੱਚ ਬਨਾਰਸ ਦੀ ਧਰਤੀ ਤੋਂ ਵੱਖ-ਵੱਖ ਪਹਿਲੀ ਉਦਾਸੀ 8.25 ਸਾਲ ਦੀ ਹੈ, 30 ਦੇਸ਼ਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਗਏ ਨੇ। ਔਰ ਉਸ ਵੇਲੇ ਹਜ਼ਾਰਾਂ ਮੀਲ ਦਾ ਸਫ਼ਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਕਰਕੇ ਗੁਰਮੁਖਾਂ ਨੂੰ ਇਕੱਠਿਆਂ ਕੀਤਾ ਸੀ। ਪਰ ਸਾਡੀ ਬਦਕਿਸਮਤੀ ਨੂੰ ਅੱਜ ਉਹ ਜਿਹੜੇ ਗੁਰੂ ਨਾਨਕ ਪਾਤਸ਼ਾਹ ਤੇ ਬਾਬੇ ਰਵਿਦਾਸ ਜੀ ਦੀ ਦੋਸਤੀ ਸੀ ਉਹਦੇ 'ਚ ਵੀ ਫਿੱਕ ਪਾ ਦਿੱਤਾ ਗਿਆ। ਉਹ 600 ਸਾਲ ਪੁਰਾਣੀ ਦੋਸਤੀ 650 ਸਾਲ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਸੁੱਤੇ ਪਏ ਹਾਂ, ਕਿਉਂਕਿ ਹਰ ਵਿਰੋਧੀ ਜਿਹੜਾ ਹੈ ਨਾ ਆਪਣੇ ਢੰਗ ਦੇ ਨਾਲ ਆਪਣੇ ਬੰਦੇ ਤਿਆਰ ਕਰਕੇ ਆਪਣੇ ਵਿਰੋਧੀਆਂ ਦੇ ਵਿੱਚ ਵਾੜ ਦਿੱਤਾ ਹੈ। ਉਹੀ ਸ਼ਕਲਾਂ ਦੇ ਕੇ ਉਹੋ ਜਿਹਾ ਸਭ ਕੁਝ ਕਰਕੇ, ਪਰ ਅਸੀਂ ਸੁਚੇਤ ਨਹੀਂ ਹੋ ਰਹੇ। ਅਸੀਂ ਉਹਨਾਂ ਨੂੰ ਕਈ ਵਾਰ ਬ੍ਰਹਮ ਗਿਆਨੀ ਮਹਾਪੁਰਸ਼ ਕਈ ਨਾਮ ਦੇਣ ਲੱਗਦੇ ਹਾਂ। ਤੇ ਜੇ ਦੇਖੀਏ ਤਾਂ ਗੁਰੂ ਨਾਨਕ ਪਾਤਸ਼ਾਹ ਤੇ ਬਾਬਾ ਰਵਿਦਾਸ ਜੀ ਦੀ ਬਾਣੀ ਅੱਜ ਅਲੱਗ-ਅਲੱਗ ਹੋ ਗਈ। ਬਾਕੀ ਗ੍ਰੰਥ ਨਿਤ ਨਵੇਂ ਗ੍ਰੰਥ ਬਣਦੇ ਜਾ ਰਹੇ ਹਨ। ਹਰ ਭਗਤ ਦਾ, ਭਗਤ ਧੰਨਾ ਜੀ ਦਾ ਬਹੁਤ ਵੱਡਾ ਗ੍ਰੰਥ ਬਣਾਤਾ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਪ ਬਾਣੀ ਸਿਲੈਕਟ ਕੀਤੀ 15 ਰਾਗਾਂ ਦੇ ਵਿੱਚ, 16 ਰਾਗਾਂ ਦੇ ਵਿੱਚ 40 ਸ਼ਬਦ ਬਾਬਾ ਕਬੀਰ ਜੀ ਦੇ, ਹੋਰ ਮਹਾਂਪੁਰਸ਼ਾਂ ਦੇ ਸਾਰੇ। ਤੇ ਸਾਨੂੰ ਕੀ ਹੱਕ ਸੀ? ਪਰ ਸਾਨੂੰ ਉਹ ਪਹਿਰਾ ਦੇਣਾ ਨਹੀਂ ਆਇਆ ਜਿਸ ਢੰਗ ਦੇ ਨਾਲ ਸਾਨੂੰ ਪਹਿਰਾ ਦੇਣਾ ਚਾਹੀਦਾ ਸੀ। ਅਸੀਂ ਉੱਥੋਂ ਵਿਛੜ ਗਏ। ਅੱਜ ਭਾਂਤ ਦੇ ਸਵਾਲ ਕਰਕੇ ਸਿੱਖਾਂ ਨੂੰ ਤੋੜਿਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ। ਇਸ ਲਈ ਸਾਧ ਸੰਗਤ ਸਾਡਾ ਗੁਰੂ ਸਦੀਵੀਂ ਇੱਕ ਗੁਰੂ ਦੀ ਕਿਰਪਾ ਹੋਣੀ, ਇੱਕ ਕਿਰਪਾ ਪ੍ਰਭੂ ਦੀ ਹੋ ਚੁੱਕੀ ਹੈ। ਗੁਰੂ ਦੀ ਕਿਰਪਾ ਸਾਡੇ ਤੇ, ਜੋ ਗੁਰੂ ਦੱਸੇ ਵਾਟ ਮੁਰੀਦਾਂ ਦੀ। ਇੱਕੋ ਹੀ ਗੱਲ ਹੈ, ਮਨ ਕੀ ਮਤ ਤਿਆਗੀ ਹੈ, ਸੁਣੀਏ ਉਪਦੇਸ਼। ਅਸੀਂ ਇਹ ਕਹਿੰਦੇ ਨਾ ਅਨਹਦ ਨਾ, ਇਹ ਤਾਂ ਜੋਗੀਆਂ ਦਾ ਸੀ। ਪਤਾ ਨਹੀਂ ਸਾਡੇ ਵੱਡੇ ਵੱਡੇ ਵਿਦਵਾਨ ਵੀ ਕਹੀ ਇੱਥੋਂ ਧੁਨੀ ਉਠਾਓ, ਇੱਥੇ ਲੈ ਜਾਓ, ਇੱਥੇ ਨੂੰ ਕੱਢੋ। ਇਹ ਤਾਂ ਜੋਗ ਮਤ ਦੀਆਂ ਸੀ ਗੱਲਾਂ। ਉਹ ਯਾਰੋ ਜੋਗ ਮਤ ਵਾਲਿਆਂ ਨੂੰ ਤਾਂ ਬਾਬੇ ਨਾਨਕ ਨੇ ਕਹਿ ਦਿੱਤਾ ਸੀ ਕਿ ਬਾਬਾ ਆਖੇ ਭੰਗਰਨਾਥ ਤੇਰੀ ਮਾਂ ਕੁਚੱਜੀ ਆਈ। ਜਿਹੜੇ ਸਮਾਧੀਆਂ ਲਾਉਣ ਵਾਲੇ ਸੀ, ਗੁਰੂ ਮਹਾਰਾਜ ਕਹਿੰਦੇ ਸਾਡਾ ਨਹੀਂ ਕੰਮ, ਇਹ ਸਮਾਧੀਆਂ ਸਮੂਧੀਆਂ ਦਾ ਹੈ। ਉਹਨਾਂ ਦੀ ਮਾਂ ਕੁਚੱਜੀ, ਮਾਂ ਦਾ ਮਤਲਬ ਮਾਤਾ ਨੂੰ ਨਹੀਂ ਕਿਹਾ ਤਾਂ ਸੋ ਕਿਉਂ ਮੰਦਾ ਆਖੀਏ। ਉਹਦੇ ਗੁਰੂ ਨੂੰ ਆਖਿਆ ਸੀ ਕਿ ਤੈਨੂੰ ਗੁਰੂ ਹੀ ਕੁਚੱਜਾ ਮਿਲਿਆ, ਜਿਸ ਗੁਰੂ ਨੇ ਤੈਨੂੰ ਸਹੀ ਸਿੱਖਿਆ ਨਹੀਂ ਦਿੱਤੀ। ਤੇ ਅੱਜ ਸਾਰੇ ਪ੍ਰਚਾਰਕ ਸਾਡੇ ਇਸੇ ਗੱਲ ਤੇ ਜ਼ੋਰ ਦੇਈ ਜਾ ਰਹੇ। ਯੋਗਾ ਅਭਿਆਸ ਸਾਡੇ ਸਕੂਲਾਂ 'ਚ ਸ਼ੁਰੂ ਹੋ ਰਿਹਾ, ਖਾਲਸਾ ਕਾਲਜਾਂ ਵਿੱਚ, ਖਾਲਸਾ ਸਕੂਲਾਂ ਦੇ ਵਿੱਚ। ਸਾਰੀ ਕੌਮ ਹੈ ਜਿਹੜੀ ਯੋਗੀਆਂ ਵੱਲ ਨੂੰ ਚੱਲ ਪਈ। ਤੇ ਇਹ ਜਿਹੜੀਆਂ ਗੱਲਾਂ ਸੀ ਸਾਰੀਆਂ ਇਹਨੂੰ ਸਮਝਣ ਦੀ ਲੋੜ ਹੈ। ਹੁਣ ਸ਼ਬਦ ਸੁਰਤ ਦਾ ਮਿਲਾਪ ਕੀ ਹੈ? ਇਹ ਥੋੜਾ ਨਾ ਸਮਾਧੀਆਂ ਲਾ ਕੇ, ਫਿਰ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਜ਼ਿੰਦਗੀ ਸ਼ਬਦ ਸੁਰਤ ਜੁੜੀ ਹੋਈ ਨਹੀਂ ਉਹਨਾਂ ਦੀ। ਜਾ ਕੇ ਨੀਂਹ ਰੱਖਣ ਵਾਲੇ ਸ਼ਬਦ ਸੁਰਤ ਦੀ ਗੁਰੂ ਨਾਨਕ ਪਾਤਸ਼ਾਹ ਹੈ। ਸ਼ਬਦ ਸੁਰਤ ਦਾ ਮਤਲਬ ਹੈ ਜੋ ਗੁਰੂ ਕਹਿੰਦਾ ਹੈ ਉਹ ਨਾ ਕਰਦੇ ਚਲੇ ਜਾਓ। ਜੋ ਗੁਰੂ ਹੁਕਮ ਕਰਦਾ ਹੈ, ਤਾਂ ਹੀ ਨਾਮ ਦੀ ਵੀ ਗੱਲ ਜਿਹੜੀ ਹੈ ਨਾ, ਅਸੀਂ ਨਾਮ ਕੇਵਲ ਮੂਲ ਮੰਤਰ ਤੱਕ ਸੀਮਿਤ ਕਰ ਦਿੱਤਾ। ਮਾਫ ਕਰਨਾ, ਮੂਲ ਮੰਤਰ ਸਾਡਾ ਜਿਹੜਾ ਮੂਲ ਮੰਤਰ ਹੀ ਹੈ, ਤੇ ਨਾਲ ਵਾਹਿਗੁਰੂ ਗੁਰੂ ਮੰਤਰ ਇਹ ਹੈਗਾ। ਪਰ ਇਹਦਾ ਟਾਈਮ ਪੰਥ ਨੇ ਨਿਯਤ ਕੀਤਾ ਸੀ। ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਉੱਠ ਕੇ ਗੁਰਸਿੱਖ ਇਸ਼ਨਾਨ ਪਾਨ ਕਰਨ ਤੋਂ ਉਪਰੰਤ ਵਾਹਿਗੁਰੂ ਦਾ ਧਿਆਨ ਕਰੇ। 5 ਵਾਰੀ ਮੂਲ ਮੰਤਰ ਤੇ ਗੁਰਮਤਿ। ਹੁਣ ਅਸੀਂ ਕੀਰਤਨ 'ਚ ਵੀ ਵਾਹਿਗੁਰੂ ਕਹਿ, ਮਾਫ ਕਰਨਾ, ਬੜੇ ਬੜੇ ਪੰਥ ਦੀਆਂ ਹਸਤੀਆਂ ਨੇ ਕੀਤਾ ਹੈ। ਮੇਰੀ ਜ਼ੁਬਾਨ ਛੋਟੀ ਹੈ, ਮੂੰਹ ਛੋਟਾ, ਤੇ ਗੱਲ ਮੈਂ ਵੱਡੀ ਕਰ ਰਿਹਾ। ਪਰ ਜਦੋਂ ਅਸੀਂ ਇੱਥੇ ਦੇਖੀਏ ਤਾਂ ਇੱਕ ਨਾ ਐਸੀ ਲਹਿਰ ਚੱਲ ਪਈ ਵੀ ਮੂਲ ਮੰਤਰ ਦੀ ਅਖੰਡ ਪਾਠ। ਪਿੱਛੇ ਜੇ ਐਸਾ ਮਸਲਾ ਵੀ ਆਇਆ ਵੀ ਮੂਲ ਮੰਤਰ ਦਾ ਹੀ ਪਾਠ ਕਰਨਾ। ਮੈਂ ਹਿੱਲ ਤਾਂ ਨਹੀਂ ਗਏ, ਮੂਲ ਮੰਤਰ ਦਾ ਹੀ ਸਿਮਰਨ 3 ਦਿਨ ਮੂਲ ਮੰਤਰ ਹੀ ਕਰਾਈ ਜਾਂਦੇ।
ਇਹ ਤਾਂ ਉਹਨਾਂ ਲੋਕਾਂ ਲਈ ਸੀ ਜਿਨ੍ਹਾਂ ਲੋਕਾਂ ਦੇ ਵਾਸਤੇ ਸੱਚੇ ਪਾਤਸ਼ਾਹ ਨੇ ਕਿਹਾ ਸੀ। ਉਹ ਕਹਿੰਦੇ ਸੀ ਸਾਨੂੰ ਤਾਂ ਜੀ ਪੜ੍ਹਨਾ ਨਹੀਂ ਆਉਂਦਾ, ਬਾਣੀ ਨਾਲ ਜੁੜਾਂਗੇ ਹੀ ਨਹੀਂ। ਤੇ ਸੱਚੇ ਪਾਤਸ਼ਾਹ ਨੇ ਕਿਹਾ ਜੋ ਪ੍ਰਾਣੀ ਗੋਬਿੰਦ ਤੇ ਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਵੀ ਜਿਹੜਾ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰੇਗਾ ਨਾ, ਤੇ ਉਹ ਸਿਮਰਨ ਦੇ ਵਾਸਤੇ ਵਾਹਿਗੁਰੂ ਗੁਰੂ ਮੰਤਰ ਹੈ। ਤੇ ਦੂਜੇ ਨੰਬਰ ਤੇ ਮੂਲ ਮੰਤਰ ਦਾ ਪਾਠ ਉਹਨਾਂ ਨੇ ਦਿੱਤਾ ਸੀ। ਬਾਕੀ ਤਾਂ ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰਨਾਮ ਪਾਇੰਦਾ। ਇਹ ਬਾਣੀ ਵਿੱਚੋਂ ਹੀ ਨਾਮ ਦੀ ਪ੍ਰਾਪਤੀ ਹੋਣੀ ਸੀ। ਪਰ ਅੱਜ ਕੋਈ 5 ਕਿਸਮ ਦਾ ਨਾਮ ਦੱਸ ਰਿਹਾ। ਕਿਸੇ ਨੇ ਜੋਗੀਆਂ ਦਾ ਚੋਰੀ ਕਰ ਲਿਆ, ਇੱਕ ਸ਼ਬਦ ਸਿੱਖਾਂ ਦਾ ਕਰ ਲਿਆ, ਇੱਕ ਦੂਜੇ ਦਾ ਕਰ ਲਿਆ। ਫਿਰ ਕੰਨ ਕੁਰਮੁਰ ਕਰਕੇ ਕਹਿੰਦੇ ਇਹ ਕਿਸੇ ਨੂੰ ਦੱਸਣਾ ਨਹੀਂ ਅੱਗੇ, ਕਿਉਂਕਿ ਚੋਰੀ ਆਪ ਕੀਤਾ ਵਾ ਤੇ ਪਤਾ ਨਾ ਲੱਗ ਜਾਵੇ। ਸਾਡੇ ਨੰਗਲ ਸਤਸੰਗ ਵਿੱਚ ਦੇ ਰਹੇ ਸੀ ਨਾ, ਜਦੋਂ ਉਹਨੂੰ ਇਹ ਕਿਹਾ ਨਾ ਵੀ ਕਾਕੇ ਨਾਮ ਲੈਣਾ, ਕਹਿੰਦਾ ਜੀ ਹਾਂ ਲੈਣਾ। ਕਹਿੰਦੇ ਦੱਸਣਾ ਨਹੀਂ ਕਿਸੇ ਨੂੰ, ਪਰ ਕਹਿੰਦੇ ਜੇ ਦੱਸ ਦਿੱਤਾ ਜੀ ਕਹਿੰਦਾ ਫਿਰ ਤੇਰੇ ਕੋੜ ਪੈ ਜਾਏਗਾ। ਕਹਿੰਦਾ ਤੁਸੀਂ ਕਿੰਨਿਆਂ ਕੁ ਨੂੰ ਦਿੱਤਾ ਹੁਣ ਤੱਕ ਨਾਮ, ਤੁਹਾਨੂੰ ਕੋੜ ਕਿਉਂ ਨਹੀਂ ਪਿਆ? ਤੇ ਅਗਲਾ ਪ੍ਰਚਾਰ ਕਹਿੰਦਾ ਜੇ ਨਾਮ ਲੈਣਾ ਤਾਂ ਲੈ, ਨਹੀਂ ਬਾਹਰ ਨਿਕਲ ਜਾ ਕੇ। ਪਰ ਸੱਚੇ ਪਾਤਸ਼ਾਹ ਨੇ ਤਾਂ ਗੁਪਤ ਨਾਮ ਪ੍ਰਗਟ ਕੀਤਾ ਸੀ, ਗੁਪਤ ਨਾਮ ਪ੍ਰਗਾਜਾ। ਇੱਥੇ ਕੋਈ 3 ਕਿਸਮ ਦਾ ਨਾਮ, ਕੋਈ 4 ਕਿਸਮ ਦਾ ਨਾਮ। ਕੀ ਹੈ? ਗੁਰੂ ਪਾਤਸ਼ਾਹ ਤੇ ਪੁੱਛੀਏ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਬਈ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਨਾ ਹੁਕਮ ਹੈ, ਉਹ ਹੁਕਮ 1430 ਪੰਨੇ ਸਾਡੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਉਹ ਹੁਕਮ ਜਿਹੜਾ ਹੈ ਨਾ, ਉਹ ਸਿੱਖ ਨੇ ਜੇ ਉਸੇ ਹੁਕਮ ਹੈ, ਸਿੱਖਾਂ ਗੁਰੂ ਬਿਨਾਂ ਪਾਰ ਉਤਾਰਾ ਨਹੀਂ ਹੋਣਾ। ਅੰਮ੍ਰਿਤ ਛਕ ਖੰਡੇ ਬਾਟੇ ਦਾ ਤੇ ਗੁਰੂ ਦੀ ਲੜ ਲੱਗ ਜਾ, 5 ਕਕਾਰਾਂ ਦੇ ਧਾਰਨੀ ਹੋ। ਇਹ ਗੁਰੂ ਦਾ ਹੁਕਮ ਹੈ, ਇਹ ਸਾਡੇ ਨਾਮ ਵਿੱਚ ਆ ਜਾਣਾ। ਜਿਵੇਂ ਜਿਵੇਂ ਹੁਕਮ ਮੰਨਦੇ ਰਹਾਂਗੇ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਸੋ ਗੁਰਬਾਣੀ ਦੇ ਨਾਲ ਜੁੜਨਾ ਹੀ, ਗੁਰਬਾਣੀ ਵਿੱਚੋਂ ਹੀ ਜੀਵਨ ਜੁਗਤ ਨੂੰ ਅਪਣਾਉਣਾ, ਇਹ ਸਾਡਾ ਨਾਮ ਹੈ। ਹੁਣ ਜੇ ਕੋਈ ਸਾਨੂੰ ਕੇਵਲ ਮੂਲ ਮੰਤਰ ਨਾਲ ਜੋੜਦਾ, ਪੜ੍ਹਿਆ ਲਿਖਿਆ ਹੋ ਕੇ ਅਨੰਦਪੁਰ ਸਾਹਿਬ ਵੀ ਚੱਲਣਾ, 3 ਦਿਨ ਦਾ ਕਹਿੰਦੇ ਜੀ ਲਗਾਤਾਰ ਅਸੀਂ ਗੁਰਮੰਤਰ ਤੇ ਵਾਹਿਗੁਰੂ ਦਾ ਮੰਤਰ ਜਾਪ ਕਰਨਾ ਹੈ। ਉਹ ਤਾਂ ਨੀਅਤ ਪੰਥ ਨੇ ਕੀਤਾ ਸੀ। ਕਿ ਬਾਕੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਹੁਕਮ ਹੈ, ਗੁਰੂ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਰਾਤ ਦਿਨ ਉਠਤ ਬੈਠ ਸੋਭਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਖੁੱਲਾ ਮਹਾਰਾਜ ਨੇ ਖੇਤਰ ਦੇ ਦਿੱਤਾ ਸੀ। ਭਾਈ ਮਰਦਾਨਾ ਜੀ ਸ਼ਬਦ ਸੁਰਤ ਦਾ ਮਿਲਾਪ ਦੀ ਵੀ ਗੱਲ ਕਰ ਲਈ। ਜਾਂਦੇ ਜਾਂਦੇ ਜੰਗਲ ਚੜ ਗਏ, ਬਾਬਾ ਤੇਰੀ ਘਾਲ ਕਰੜੀ ਮੈਥੋਂ ਨਹੀਂ ਹੁੰਦੀ। ਤੇ ਗੁਰੂ ਨਾਨਕ ਪਾਤਸ਼ਾਹ ਹੱਸ ਪਏ, ਮਰਦਾਨਿਆਂ ਕਿਵੇਂ ਰਹੇਗਾ ਵੀ ਸਾਡੇ ਨਾਲ? ਤੇ ਮਰਦਾਨਾ ਕਹਿੰਦਾ ਹਾਂ ਬਾਬਾ ਮੈਂ ਤੇਰੇ ਨਾਲ ਤਾਂ ਰਹਿ ਸਾਂ ਜਿਵੇਂ ਤੈਨੂੰ ਦੁੱਖ ਤੇ ਭੁੱਖ ਨਹੀਂ ਸਤਾਉਂਦੀ, ਜਿਵੇਂ ਤੁਹਾਨੂੰ ਘਰਦਿਆਂ ਦਾ ਮੋਹ ਨਹੀਂ ਸਤਾਉਂਦਾ, ਜਿਵੇਂ ਤੁਹਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਸਤਾਉਂਦਾ। ਬਾਬਾ ਜੇ ਐਦਾਂ ਦੀ ਜੀਵਨ ਜੁਗਤ ਮੈਨੂੰ ਵੀ ਬਖਸ਼ੋ, ਮੈਂ ਤੇਰੇ ਨਾਲ ਤਾਂ ਰਹਿ ਸਾਂ, ਨਹੀਂ ਤਾਂ ਮੈਨੂੰ ਛੁੱਟੀ ਦੇ, ਮੈਂ ਆਪਣੇ ਘਰ ਚਲਾ ਜਾਵਾਂ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਨਾਮ ਜਿਹੜਾ ਨਾ ਕੇਵਲ ਵਾਹਿਗੁਰੂ ਨਹੀਂ, ਨਾਮ ਦੀ ਜਿਵੇਂ ਆਕੜਾ ਪ੍ਰਸ਼ਾਦ ਦੀ ਦੇਗਾਣੀ ਹੁਣ, ਇਹ 4 ਚੀਜ਼ਾਂ ਦਾ ਸੁਮੇਲ ਹੈ, ਇੱਕ ਨਹੀਂ ਹੈ। ਉਹਨੂੰ ਅਸੀਂ ਕੜਾ ਪ੍ਰਸ਼ਾਦ ਕਹਿੰਦੇ। ਇਦਾਂ ਹੀ ਨਾਮ ਸਿੱਖ ਨੇ ਪਿਛਲ ਰਾਤੀ ਜਗਣਾ, ਨਾਮਦਾਨ ਇਸ਼ਨਾਨ ਦ੍ਰਿੜਾਏ, ਮਿੱਠਾ ਬੋਲੇ ਨਿਭ ਚਲੇ ਹੱਥੋਂ ਦੇ ਕੇ ਭਲਾ ਬਣਾਏ, ਥੋੜਾ ਸੋਣਾ ਖਾਵਣਾ ਥੋੜਾ ਬੋਲੇ ਗੁਰਮਤਿ ਭਾਏ, ਕਾਲ ਖਾਏ ਸੁਕਿਰਤ ਕਰੇ ਵੱਡਾ ਹੋਏ ਨਾ ਆਪ ਗਣਾਏ, ਸਾਧ ਸੰਗਤ ਮਿਲ ਗਾਮ ਦੇ ਰਾਤ ਦੇਹ ਨਿਤ ਚਲ ਚਲ ਜਾਏ, ਆਸਾ ਵਿੱਚ ਨਿਰਾਸ਼ ਬੁਲਾਏ। ਸਿੱਖ ਨੇ ਇਸ ਢੰਗ ਦੇ ਨਾਲ ਨਾਮ ਦੀ ਗੱਲ ਕਰਨੀ। ਚੌਥੀ ਕਿਰਪਾ ਜਿਹੜੀ ਸਾਡੇ ਤੇ ਹੋਣੀ ਹੈ, ਉਹ ਹੋਣੀ ਹੈ ਸਵੈ ਕਿਰਪਾ। ਆਪਣੇ ਆਪ ਹੀ ਹਿੱਲਣਾ ਪੈਣਾ ਥੋੜਾ। ਜੇ ਥਾਂ ਤੇ ਬੈਠੇ ਕਹੀਏ ਅਜੇ ਮਹਾਰਾਜ ਦੀ ਕਿਰਪਾ ਨਹੀਂ ਜੀ ਹੋਈ, ਨਹੀਂ ਕਿਰਪਾ ਹੋ ਗਈ ਤੁਹਾਡੇ ਤੇ, ਗੁਰੂ ਦੀ ਕਿਰਪਾ ਵੀ ਹੋ ਗਈ, ਪ੍ਰਭੂ ਦੀ ਕਿਰਪਾ ਵੀ ਹੋ ਗਈ, ਗਿਆਨ ਵੀ ਤੁਹਾਨੂੰ ਬਹੁਤ ਪਰਮਾਤਮਾ ਨੇ ਐਡੇ ਐਡੇ ਦੀਵਾਨ ਸਜਾ ਕੇ 37ਵਾਂ ਸਮਾਗਮ ਹੈ। ਇੱਥੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਬੇਅਮਰਤੀਆ ਬੈਠਾ ਹੋਏਗਾ ਜਾਂ ਕੋਈ ਪਤਲ ਹੋਏਗਾ, ਪਰ ਜੇ ਕੋਈ ਹੈ ਗਲਤੀ ਤਾਂ ਸੱਚੇ ਪਾਤਸ਼ਾਹ ਬਖਸ਼ਾਉਂਦੇ ਨੇ। ਮੈਂ ਇਹੀ ਬੇਨਤੀ ਕਰਾਂਗਾ ਸਾਧ ਸੰਗਤ ਕਿ ਆਓ ਆਪਣੇ ਵਿਰਸੇ ਨਾਲ ਜੁੜੀਏ, ਆਪਣੇ ਮੂਲ ਨੂੰ ਪਛਾਣੀਏ। ਵੀਰ ਸ਼ਿਵਿੰਦਰ ਸਿੰਘ ਜੀ, ਇੱਥੋਂ ਦੀ ਨੌਜਵਾਨ ਸਭਾ, ਇੱਥੋਂ ਦੀ ਸਿੰਘ ਸਭਾ, ਇੱਥੋਂ ਦਾ ਗੁਰਦੁਆਰਾ ਸਾਹਿਬਾਨ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ। ਇਹ ਪਿਛਲੇ 37 ਸਾਲਾਂ ਤੋਂ ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਪੰਥਕ ਲੀਡਰਾਂ ਦੇ ਨਾਮ
ਇਹਨਾਂ ਨੇ ਦੇ ਕੇ ਦੱਸ ਦਿੱਤਾ। ਵਾਕਿਆ ਹੀ ਇਹ ਪਿੰਡ ਜਿਹੜਾ ਇਤਿਹਾਸ ਦੇ ਵਿੱਚ ਆਪਣਾ ਨਵੇਕਲਾ ਹੀ ਆਪਣੀ ਜੀਵਨ ਜੁਗਤ ਨੂੰ ਅਪਣਾ ਕੇ ਚੱਲਿਆ ਹੋਇਆ। ਮੇਰਾ ਧਿਆਨ ਦੂਜੇ ਪਾਸੇ ਵੀ ਕੋਈ ਸਿਹਤ ਵੀ ਇਜਾਜ਼ਤ ਨਹੀਂ ਦਿੰਦੀ। ਰਾਤੀ ਤਾਂ ਮੈਨੂੰ ਲੱਗਦਾ ਸੀ ਸਵੇਰੇ ਮਹਾਰਾਜ ਕਿਰਪਾ ਕਰ ਦੇਵੇ ਤਾਂ ਸੰਗਤ ਦੀ ਹਾਜ਼ਰੀ ਭਰ ਸਕਾਂ। ਸੋ ਸਤਿਗੁਰੂ ਜੀ ਦਾ ਵੀ ਕੋਟਾਨ ਕੋਟ ਸ਼ੁਕਰ, ਆਪ ਸਮੂਹ ਸੰਗਤਾਂ ਦਾ। ਔਰ ਜੋ ਇਕਾਗਰਤਾ ਤੁਸੀਂ ਬਖਸ਼ੀ ਹੈ, ਇਹ ਦੱਸਦੀ ਹੈ ਵਾਕਿਆ ਹੀ ਪਿਛਲੇ ਲੰਬੇ ਸਮੇਂ ਤੋਂ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਵਰਗੀਆਂ ਆਤਮਾਵਾਂ ਔਰ ਵੱਡੇ ਵੱਡੇ ਵਿਦਵਾਨ ਜਿਹੜੇ ਇੱਥੇ ਆ ਚੁੱਕੇ, ਕੌਮ ਦੇ ਉਹ ਆਗੂ ਜਿਨ੍ਹਾਂ ਨੂੰ ਕੌਮ ਦੀ ਅਗਵਾਈ ਕਰਨ ਦਾ ਮਾਲ ਮਿਲਿਆ। ਸਾਡੇ ਵੀ ਵੀਰ ਜੀ ਬੈਠੇ ਹੋਏ ਨੇ, ਸਰਦਾਰ ਪ੍ਰੇਮ ਸਿੰਘ ਜੀ ਲਖਿਆਲ ਸਾਹਿਬ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹਨਾਂ ਦੇ ਨਾਲ ਹੀ ਉਸ ਵੇਲੇ ਦਾਸ ਨੂੰ ਵੀ ਇਹ ਮੌਕਾ ਮਿਲਿਆ ਸੀ। ਪਰ ਇਹ ਸਾਰਾ ਕੁਝ ਤੁਹਾਡੇ ਚਰਨਾਂ ਦੀ ਪਿਛਲੇ 45-50 ਸਾਲ ਤੋਂ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਖੋਲ੍ਹ ਕੇ 700-800 ਨੌਜਵਾਨ ਕੌਮ ਨੂੰ ਸਮਰਪਿਤ ਕਰ ਚੁੱਕੇ ਹਾਂ। ਇਹ ਸੇਵਾਵਾਂ ਲਗਾਤਾਰ ਜਿਹੜੀਆਂ ਨਿਰੰਤਰ ਜਾਰੀ ਨੇ। ਸੋ ਇੱਥੇ ਹੀ ਮੈਂ ਆਪ ਜੀ ਤੋਂ ਖਿਮਾ ਮੰਗਦਾ ਹੋਇਆ ਆਪ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ।